ਤਾਂ ਉਹ ਕਾਰਪੋਰੇਟ ਘਰਾਣਿਆਂ ਦੇ ਸਿਸਟਮ ਦਾ ਇੱਕ ਪੁਰਜਾ ਹੈ। ਸਾਨੂੰ ਮਖੌਟਾ ਭਾਵੇਂ ਮੋਦੀ ਦਾ ਦਿਖਦਾ ਹੈ, ਪਰ ਜੋ ਪਿੱਛੇ ਤਾਕਤਾਂ ਹੈ ਉਹ ਕਾਰਪੋਰੇਟ ਘਰਾਣੇ ਨੇ, ਜਿਹੜੇ ਕਿ ਆਪਣੇ ਪੈਸੇ ਦੇ ਜ਼ੋਰ ਨਾਲ ਜਿੱਧਰ ਨੂੰ ਉਹਨਾਂ ਦਾ ਜੀ ਕਰਦਾ ਇਹ ਸਰਕਾਰ ਨੂੰ ਮੋੜ ਰਹੇ ਨੇ ਅਤੇ ਜ਼ਬਰਦਸਤੀ ਇਹਨਾਂ ਨੇ ਕਾਲੇ ਕਾਨੂੰਨ ਜੋ ਬਣਵਾਏ ਨੇ। ਕਿਉਂਕਿ ਸਾਨੂੰ ਵੀ ਪਤਾ ਹੈ ਕਿ ਜਦੋਂ ਦੇਸ਼ ਕਰੋਨਾ ਦੇ ਨਾਲ ਜੂਝ ਰਿਹਾ ਸੀ, ਲੋਕ ਅੰਦਰ ਹੀ ਬੰਦ ਹੋਏ ਸੀ, ਇਹਨਾਂ ਨੇ ਚੋਰੀ ਛੁਪੇ 5 ਜੂਨ 2020 ਨੂੰ ਇਹ ਆਰਡੀਨੈਂਸ ਲਿਆਂਦੇ ਸੀ ਤਾਂ ਕਿ ਲੋਕਾਂ ਨੇ ਨਾ ਕਿ ਤਾਂ ਲੋਕ ਕੋਈ ਮੁਜ਼ਾਹਰਾ ਕਰ ਸਕਦੇ ਆ, ਨਾ ਕੋਈ ਧਰਨਾ ਦੇ ਸਕਦੇ ਆ, ਨਾ ਕੋਈ ਅੰਦੋਲਨ ਕਰ ਸਕਦੇ ਆ। ਪਰ ਸਦਕੇ ਜਾਈਏ ਕਿਸਾਨਾਂ ਦੀ ਤਾਕਤ ਨੂੰ, ਪੰਜਾਬ ਦੇ ਕਿਸਾਨਾਂ ਨੇ ਜੋ ਕਿ ਅੰਦੋਲਨ ਦਾ ਧੁਰਾ ਹੋ ਗਿਆ, ਇਹਨਾਂ ਨੇ ਕਰੋਨਾ ਦੀ ਪਰਵਾਹ ਨਾ ਕਰਦੇ ਹੋਏ ਜਿਹੜੀ ਇਹ ਚੰਗਿਆੜੀ ਪੰਜਾਬ ਦੇ ਵਿੱਚ ਸਿਟੀ ਸੀ ਉਹ ਦੇਸ਼ ਦੇ ਵਿੱਚੋਂ ਹੁੰਦੀ ਹੋਈ ਪੂਰੀ ਦੁਨੀਆ ਦੇ ਵਿੱਚ ਅੱਜ ਫੈਲ ਚੁੱਕੀ ਹੈ। ਜਿਹੜਾ ਕਿ ਤੁਸੀਂ ਮੋਦੀ ਨਾਲ ਕੱਲ ਪਰਸੋਂ ਦੀਆਂ ਘਟਨਾਵਾਂ ਵੀ ਹੁੰਦੀਆਂ ਦੇਖੀਆਂ, ਪੂਰੇ ਵਰਲਡ ਦੇ ਵਿੱਚ ਤੁਹਾਡੀ ਤਾਕਤ ਦੇਖੀ ਜਾ ਰਹੀ ਆ। ਹੁਣ ਤੱਕ ਅਸੀਂ 600 ਸੀਟਾਂ ਲੈ ਚੁੱਕੇ ਆ, ਅੱਜ ਵੀ ਅਸੀਂ ਸੀਟ ਹੋਣ ਖਾਤਰ ਤਿਆਰ ਹੈ। ਮੇਰੇ ਦੋਸਤੋ 3% ਬੈਂਕ ਉੱਠੇਗਾ ਕਿ ਮੈਂ ਕਾਨੂੰਨ ਨੂੰ ਲਗਾਤਾਰ ਰਿਹਾ, ਚਾਹੇ ਮੇਰਾ 3 ਲੱਖ ਲੱਗ ਗਿਆ ਪਰ ਫਿਰ ਮੈਂ ਕਲਾਨੀ ਦੇਣੇ ਤਿਆਰ ਹੈ। ਦੋਸਤੋ ਜੇ ਤੁਸੀਂ ਚੱਲੋਗੇ ਸੱਚ ਦੀ ਰਾਹ ਪਰ ਤੁਹਾਡੀ ਜਿੱਤ ਹੈ, अपना एकता चढ़ी कला च होंगे। हर गुरु साडे नाल अंग संग समझो, माड़े बंदे थानू माड़ा काम नहीं करना, अपने बच्चों को संभो, अज नशे से बचाइए। पिंड पिंड कट्ठ करोगे ताकि सारे औकड़ां दूर कर सकते हैं, तुसीं जित सकते हैं, अपने फसलों के मुल ले सकते। नहीं तो तुहाडी जिहड़ी पुत्तां वर्गी जमीन है, मावां वर्गी जमीन है, जिन्हों आप अगे समझे साडी इज्जत वाली जिन्हें जमीन बेचती उन्हें अपनी मां बेचती हो जाए तो साडे लोग जमीन खरीदे थे। तो उन्होंने आप बचाने खातर आपने पूरा टाइम लाना, जिथे सही लगता। देखो लड़ाई का संघर्ष जितने जो लड़ाई लड़ते हैं वही संघर्ष जितने हैं। जो तुम घर बैठे रह गए फलाना जाऊगा फलाना कर लो, ये काम होने नहीं है। मूहरे आओ दूए एक दूसरे के मूहरे सारे भेदभाव मचा के सारे तुम प्रधान है, सारे तुम सैकटरी है, सारे तुम खजानची है, तुम सारा कुछ है। कोई भी गल करो फंडे होने तैयार है। तो दोस्तों मेरी यही बेनती है, एक तो आप उत्थे जथे तोड़िए बातेवन पिंडा जितना असं पहले गए हैं, उकना आप उत्थे चलीए, उत्थे थोड़ी जी घाट महसूस हुई है, कई ट्रेलियां उन्होंने जिंदे लगे बैठे आप सारा खिलाइए जाके एक गला पूरी उत्थे लहर लहर कर दिए, फिर सीजन शुरू हो जाना। तो मेरी यह बेनती है सारे पिंडों चो जथे जाओ, बाकी जो 26 पिंड है, बाकी 7 पिंड अपने वो अपने थोड़े बहुत 5-5 रुपये भी अपने सीटा टका के लियाओ जरूर। अपन उरे भी खर्चा, उरे असं उत्थे 10-20 हज़ार रुपया सारा महीने का भी खर्चा, उरे तो आप भूखले बना के रोटियां खा लेंगे, उत्थे तो सारी चीज मुल भी आनी है। भाई तो दोस्तों ये मेरी बेनती प्रवान करो, कोई गलती हो गई माफ करो। वाहिगुरू जी का खालसा, वाहिगुरू जी की फतेह। किसान यूनियन जिंदाबाद, किसान मजदूर यूनियन जिंदाबाद, किसान मजदूर यूनियन जिंदाबाद, मोदी सरकार मुर्दाबाद, मोदी सरकार मुर्दाबाद, अडानी अवानी मुर्दाबाद, अडानी अवानी मुर्दाबाद, मोदी सरकार मुर्दाबाद, भारतीय किसान यूनियन जिंदाबाद, भारतीय किसान यूनियन जिंदाबाद, मजदूर किसान यूनियन जिंदाबाद, संयुक्त मोर्चा जिंदाबाद। वाहिगुरू जी का खालसा, वाहिगुरू जी। ਚੱਕਾ ਜਾਮ ਕੀਤਾ ਹੋਇਆ ਜੀ ਮੋਰਿੰਡਾ ਸ਼ਹਿਰ ਦੇ ਵਿੱਚ, ਕਿੰਨਾ ਕੁ ਸਮਰਥਨ ਦੇ ਰਹੇ ਨੇ ਇੱਥੋਂ ਦੇ ਲੋਕ ਤੁਹਾਨੂੰ? ਤੁਸੀਂ ਦੇਖ ਸਕਦੇ ਹੋ ਜੀ ਅੱਜ ਵਿਆਹ ਵਰਗਾ ਮਾਹੌਲ ਹੋਇਆ ਪਿਆ, ਵਿਆਹ ਤੇ ਵੀ ਜ਼ਿਆਦਾ ਮੇਲੇ ਵਾਲਾ ਮਾਹੌਲ ਹੋਇਆ ਪਿਆ। ਅੱਜ ਪੂਰਾ ਬਾਜ਼ਾਰ ਬੰਦ ਆ, ਰੋਡ ਦੇ ਉੱਤੇ ਮੋਰਿੰਡਾ ਜੋ ਲੁਧਿਆਣਾ ਚੰਡੀਗੜ੍ਹ ਰੋਡ ਦੇ ਉੱਤੇ ਪੈਂਦਾ ਹੈ, ਇੱਕ ਤਰ੍ਹਾਂ ਦਾ ਮੇਲੇ ਵਰਗਾ ਮਾਹੌਲ ਹੋਇਆ ਪਿਆ ਜੀ। ਘਰ ਭਰਤੀ ਹਰੇਕ ਪਿੰਡਾਂ ਦੇ ਵਿੱਚੋਂ ਵੱਧ ਤੋਂ ਵੱਧ ਸਾਡੇ ਕਿਸਾਨ ਵੀਰ, ਸ਼ਹਿਰ ਦੇ ਵਿੱਚੋਂ ਦੁਕਾਨਦਾਰ ਵੀਰ, ਮਜ਼ਦੂਰ ਵੀਰ ਵੱਡੀ ਗਿਣਤੀ 'ਚ ਪਹੁੰਚੇ ਹੋਏ ਆ। ਇਹ ਤੁਸੀਂ ਦੇਖ ਸਕਦੇ ਆ ਜੀ, ਪੂਰਾ ਸਾਨੂੰ ਸਮਰਥਨ ਮਿਲਿਆ ਹੋਇਆ, ਪੂਰਾ ਬਾਜ਼ਾਰ ਬੰਦ ਆ ਜੀ। ਪਹਿਲਾਂ ਵੀ ਬਹੁਤ ਵਾਰ ਚੱਕਾ ਜਾਮ ਕੀਤਾ ਗਿਆ ਹੈ ਨਾ, ਅੱਜ ਫੇਰ ਇੱਕ ਵਾਰ ਚੱਕਾ ਜਾਮ ਕੀਤਾ ਗਿਆ, ਪੂਰਾ ਭਾਰਤ ਬੰਦ ਹੈ। ਸਰਕਾਰਾਂ ਦੇ ਕੰਨ ਤੇ ਜੂੰ ਨਹੀਂ ਸਰਕਦੀ, ਕਿੰਨੀ ਵਾਰ ਹੋਰ ਚੱਕੇ ਜਾਮ ਕਰਨੇ ਪੈਣਗੇ ਤੇ ਕਿੰਨਾ ਲੰਬਾ ਸੰਘਰਸ਼ ਚੱਲੂਗਾ? ਨਹੀਂ, ਇਹ ਸਾਨੂੰ ਕੋਈ ਚਾਅ ਨਹੀਂ ਜੀ ਚੱਕਾ ਜਾਮ ਕਰਨ ਦਾ। ਕੋਈ ਅਸੀਂ ਪੰਜਾਬ ਦੇ ਲੋਕ ਜਾਂ ਹਿੰਦੁਸਤਾਨ ਦੇ ਲੋਕ ਜਿਹੜੇ ਕਿਸਾਨ ਲੋਕ ਆ, ਉਹ ਕੋਈ ਸਰਕਾਰ ਵਿਰੋਧੀ ਨਹੀਂ ਜਾਂ ਲੋਕ ਵਿਰੋਧੀ ਨਹੀਂ ਹੈਗੇ, ਪਰ ਸਾਡੀ ਬੇਬਸੀ ਹੋਈ ਪਈ ਹੈ ਜੀ। ਸਰਕਾਰ ਨੇ ਇਹੋ ਜਿਹੀਆਂ ਅੱਖਾਂ ਬੰਦ ਕਰ ਲਈਆਂ ਨੇ, ਖੁੱਲ੍ਹ ਨਹੀਂ ਰਹੀਆਂ। ਤੁਸੀਂ ਦੇਖੋ 1 ਸਾਲ ਤੋਂ ਉੱਪਰ ਸਾਨੂੰ ਕਿਸਾਨਾਂ ਨੂੰ ਲੜਾਈ ਲੜਦਿਆਂ ਨੂੰ ਹੋ ਗਿਆ। 2 ਮਹੀਨੇ ਅਸੀਂ ਇੱਥੇ ਲਾਈਨਾਂ ਤੇ ਬੈਠੇ ਰਹੇ, ਉਸ ਤੋਂ ਪਹਿਲਾਂ 2 ਮਹੀਨੇ ਅਸੀਂ ਇੱਥੇ ਆਰਡੀਨੈਂਸ ਦੀਆਂ ਕਾਪੀਆਂ, ਕਾਲੇ ਕਾਨੂੰਨ ਬਣਾ ਕੇ ਕਦੇ ਪੁਤਲਾ ਫੂਕੋ, ਕਦੇ ਕੁਛ ਕਰੋ, ਉਹ ਕਰਿਆ। ਸਾਨੂੰ 10 ਮਹੀਨੇ ਅੱਜ ਦਿੱਲੀ ਦੇ ਬੈਠੇ ਨੂੰ ਹੋ ਗਏ। ਸਰਕਾਰ ਸਾਡੀ ਗੱਲ ਕਿਉਂ ਨਹੀਂ ਸੁਣ ਰਹੀ? ਸਰਕਾਰ ਨੂੰ ਦੇਖੋ ਜਨਵਰੀ ਦੇ ਬਾਅਦ ਕੋਈ ਮੀਟਿੰਗ ਨਹੀਂ ਕੀਤੀ ਹੁਣ ਤੱਕ ਸਾਡੇ ਨਾਲ, ਕਿਸਾਨ ਆਗੂਆਂ ਦੇ ਨਾਲ। ਸਾਡੇ ਕਿਸਾਨ ਯੂਨੀਅਨ ਦੇ ਜਿਹੜੇ 32 ਜਥੇਬੰਦੀਆਂ ਦੇ ਆਗੂ ਸਾਹਿਬਾਨ ਆ, ਉਹ ਮੀਟਿੰਗਾਂ ਦੇ ਵਿੱਚ ਇਕੱਲੇ ਕਲੌਟ ਵਾਈਜ਼ ਦੱਸ ਚੁੱਕੇ ਉਹਨਾਂ ਨੂੰ ਵੀ ਇਹ ਕਾਨੂੰਨ ਦੇ ਨਾਲ ਇਹ ਪ੍ਰੋਬਲਮ ਹੈ, ਇਹ ਕਾਨੂੰਨ ਦੇ ਨਾਲ ਇਹ ਪ੍ਰੋਬਲਮ ਆ। ਉਹ ਕਿਉਂ ਨਹੀਂ ਮੰਨ ਰਹੇ? ਜਾਂ ਫਿਰ ਉਹ ਇਹ ਸਿੱਧ ਕਰਦੇ ਨੇ ਵੀ ਇਹ ਕਾਨੂੰਨ ਚੰਗੇ ਆ,
ਤੋਮਰ ਸਾਹਿਬ ਇਹ ਗੱਲ ਕਿਉਂ ਨਹੀਂ ਸਿੱਧ ਕਰ ਰਹੇ ਵੀ ਇਹ ਕਾਨੂੰਨ ਚੰਗੀਆਂ ਜ਼ਿਮੀਂਦਾਰਾਂ ਵਾਸਤੇ, ਕਿਸਾਨਾਂ ਵਾਸਤੇ ਜਾਂ ਹੋਰ ਆਵਾਮ ਵਾਸਤੇ? ਉਹਨਾਂ ਦੇ ਵੀ ਸਿੱਧ ਨਹੀਂ ਹੋ ਰਹੇ, ਅਸੀਂ ਸਿੱਧ ਕਰਤੇ ਵੀ ਇਹ ਕਾਨੂੰਨ ਮਾੜੇ ਆ ਤੇ ਕਾਨੂੰਨ ਵਾਪਸ ਲੈਣੇ ਚਾਹੀਦੇ ਉਹਨਾਂ ਨੂੰ। ਇਹ ਕੋਈ ਸਾਨੂੰ ਸ਼ੌਂਕ ਨਹੀਂ ਜੀ ਰੋਡ ਬੰਦ ਕਰਨ ਦਾ, ਅਸੀਂ ਤਾਂ ਆਪ ਬੇਬਸ ਹੋਏ ਪਏ ਆ। ਅਮਰੀਕਾ ਗਈ ਹੋਈ ਹੈ ਮੋਦੀ ਸਰਕਾਰ, ਉੱਥੇ ਬਹੁਤ ਜ਼ਿਆਦਾ ਵਿਰੋਧ ਹੋਇਆ ਇਸ ਸਰਕਾਰ ਦਾ, ਸੋ ਕੀ ਲੱਗਦਾ ਹੈ ਹੁਣ ਆ ਕੇ ਥੋੜੀ ਸ਼ਰਮ ਮਹਿਸੂਸ ਕਰੂਗੀ ਸਰਕਾਰ? ਦੇਖੋ ਜਿਹਨੇ ਜੀ ਖੜਾ ਹੀ ਦੇਖੋ ਨੇ ਬੈਠਾ ਕੀ ਦੇਖਣਾ। ਮੋਦੀ ਦਾ ਇਹੋ ਜਿਹਾ ਬੇਸ਼ਰਮ ਪ੍ਰਧਾਨ ਮੰਤਰੀ ਆਇਆ ਦੇਸ਼ ਦਾ ਹੁਣ ਤੱਕ, ਉਹਨੇ ਕੋਈ ਵਰਗ ਛੱਡਿਆ ਹੀ ਨਹੀਂ ਜਿਹੜਾ ਵਰਗ ਜਿਉਂਦਾ ਰਹਿ ਜਾਵੇ। ਤੁਸੀਂ ਵਪਾਰੀ ਨੂੰ ਜਿਹੜੇ ਉੱਪਰ ਉਹਤੇ ਆੜੀ ਜਿਹੜੇ ਯਾਰ ਦੋਸਤਾਂ ਖੱਬੇ ਸੱਜੇ ਖੜੇ ਆ, ਉਹ ਤੇ ਬਿਨਾਂ ਜਿਹੜਾ ਹੋਰ ਦੇਸ਼ ਦੇ ਵਿੱਚ ਹੋਰ ਵਪਾਰੀ ਆ, ਛੋਟਾ ਦੁਕਾਨਦਾਰ ਆ, ਜ਼ਿਮੀਂਦਾਰਾਂ ਦੇ ਵਿੱਚ ਤਾਂ ਪੂਰਾ ਨਾਕੀ ਪਿਆ ਹੋਇਆ ਜੀ ਉਹ। ਬਾਕੀ ਲੋਕਾਂ ਨੂੰ ਵੀ ਛੱਡਿਆ ਨਹੀਂ। ਪੈਟਰੋਲ ਪੰਪਾਂ ਦੇ ਉੱਤੇ ਦੇਖੋ ਤੁਸੀਂ, ਪਹਿਲਾਂ ਪੈਟਰੋਲੀਅਮ ਮੰਤਰਾਲਾ ਤਾ ਜੀ, ਪੈਟਰੋਲੀਅਮ ਮੰਤਰਾਲੇ ਦੇ ਵਿੱਚ ਇੱਕ ਮੰਤਰੀ ਬਣਦਾ ਤਾ, ਕਦੇ ਰੇਟ ਵੱਧਦਾ ਡੀਜ਼ਲ ਪੈਟਰੋਲ ਦਾ, ਕਦੇ 6 ਮਹੀਨੇ ਬਾਅਦ ਰੇਟ ਵੱਧਦਾ ਹੁੰਦਾ ਤਾ। ਉਹ ਪਹਿਲਾਂ 5-4 ਦਿਨ ਤਾਂ ਡਿਬੇਟ ਹੋਈ ਜਾਂਦੀ ਰੇਟ ਵਧਾ ਰਹੇ ਹਾਂ ਅਸੀਂ, ਉਹ ਵੀ ਚੱਕ ਕੇ ਪ੍ਰਾਈਵੇਟਾਂ ਨੂੰ ਦੇਤਾ। ਆਪਣੀ ਜੀ ਦਾ ਆਪਣੇ ਰੇਟ ਤੁਹਾਡੀ ਮਰਜ਼ੀ ਅਨੁਸਾਰ ਲਾਓ। ਤੁਸੀਂ ਦੇਖੋ ਰੋਜ਼ ਪੈਟਰੋਲ ਪੰਪ ਤੇ ਨਵਾਂ ਰੇਟ ਲੱਗਿਆ ਹੁੰਦਾ, ਕਿਸੇ ਨੂੰ ਪੁੱਛਣਾ ਕਿਹਦੇ ਰੇਟ ਬਾਰੇ, ਉਹ ਜਿੰਨਾ ਜੀ ਕਰਦਾ ਉਹਨਾਂ ਰੇਟ ਲਾ ਦਿੰਦੇ ਆ, ਰੋਜ਼ ਨਵਾਂ ਰੇਟ ਹੁੰਦਾ ਜੀ। ਸੋ ਲੁੱਟੇ ਰਹੇ ਆ ਸਾਨੂੰ ਲੋਕਾਂ ਨੂੰ ਜੀ, ਉਹ ਕਿਸੇ ਪਾਸੇ ਕੋਈ ਬੜਾ ਖੁਸ਼ ਨਹੀਂ। ਅਮਰੀਕਾ 'ਚ ਗਿਆ, ਲੋਕਾਂ ਨੇ ਸਾਡੇ ਕਿਸਾਨਾਂ ਨੇ ਉੱਥੇ ਐਡੀ ਉਹਦੀ ਵਿਰੋਧਤਾ ਕਰੀ ਆ। ਕਿਹੜੇ ਦੇਸ਼ 'ਚ ਨਹੀਂ ਜੀ ਹੋ ਰਹੀ ਵਿਰੋਧਤਾ? ਕਿੰਨੀ ਦੇਰ ਬਾਅਦ ਉਹ ਅਮਰੀਕਾ ਬੜਿਆ ਹੁਣ, ਨਹੀਂ ਤਾਂ ਪਹਿਲਾਂ ਤਾਂ ਪਿਛਲੇ ਟਰਮ ਦੇ ਵਿੱਚ ਤਾਂ ਇੰਡੀਆ 'ਚ ਬੈਠੇ ਹੀ ਨਹੀਂ। ਉਹ ਰੋਜ਼ ਕੱਪੜੇ ਪਾ ਕੇ ਚੱਲ ਅਮਰੀਕਾ, ਚੱਲ ਕੈਨੇਡਾ, ਚੱਲ ਇਟਲੀ, ਰੋਜ਼ ਘੁੰਮੀ ਗਿਆ ਬਾਹਰ। ਹੁਣ ਕਿਉਂ ਨਹੀਂ ਜਾ ਰਿਹਾ ਜੀ ਬਾਹਰ ਉਹ? ਹੁਣ ਲੋਕ ਉਹਦੀ ਵਿਰੋਧਤਾ ਕਰ ਰਹੇ ਆ ਬਾਹਰ। ਹਰੇਕ ਪਿੰਡ ਦੇ, ਹਰੇਕ ਸ਼ਹਿਰ ਦੇ, ਹਰੇਕ ਕੰਟਰੀ ਦੇ ਵਿੱਚ ਉਹਦੀ ਵਿਰੋਧਤਾ ਹੋ ਰਹੀ ਆ। ਉਹ ਬੇਸ਼ਰਮ ਹੋਇਆ ਪਿਆ, ਇੱਕ ਤਰ੍ਹਾਂ ਦੀ ਉਹ ਸ਼ਰਮ ਮੰਨ ਰਿਹਾ ਗੱਲ ਦੀ ਵੀ ਜੇ ਮੈਂ ਵਾਪਸ ਲਊਂਗਾ ਮੇਰੀ ਅਣਖ, ਮੇਰੀ ਇੱਜ਼ਤ ਖਰਾਬ ਹੋਊਗੀ। ਪਤਾ ਨਹੀਂ ਉਹਦੀ ਬਾਕੀ ਆਪਣੀ ਕੋਈ ਸਮਝ ਹੋਊਗੀ, ਪਰ ਅਸੀਂ ਤਾਂ ਕਹਿੰਦੇ ਭਾਈ ਹਜੇ ਵੀ ਕੁਝ ਨਹੀਂ ਵਿਗੜਿਆ। ਯੂਪੀ ਦੇ ਵਿੱਚ ਵੋਟਾਂ ਜੀ, ਪੰਜਾਬ 'ਚ ਵੋਟਾਂ, ਹੋਰ 3 ਸਟੇਟਾਂ ਦੇ ਜੀ ਵੋਟਾਂ ਆ ਰਹੀਆਂ। ਕਿਸ ਤਰ੍ਹਾਂ ਲੋਕਾਂ ਨੂੰ ਹੈਂਡਲ ਕਰਨਗੇ ਜਾ ਕੇ ਪਿੰਡਾਂ ਦੇ ਵਿੱਚ? ਉਹ ਵੋਟਾਂ ਲੈਣ ਤਾਂ ਪਿੰਡਾਂ 'ਚ ਜਾਣਾ ਪੈਣਾ, ਪਿੰਡਾਂ 'ਚ ਕਿਸਾਨ ਬੈਠੇ ਆ, ਕਿਵੇਂ ਲੋਕਾਂ ਨੂੰ ਜਸਟੀਫਾਈ ਕਰਾਉਣਗੇ ਉਹ ਵੀ ਕਾਨੂੰਨ ਇਹੋ ਜਿਹੇ ਬਣੇ ਹੋਏ ਆ? ਤੁਸੀਂ ਦੇਖੋ ਪੂਰਾ ਸਾਊਥ, ਨਾਰਥ, ਪੂਰਾ ਹਿੰਦੁਸਤਾਨ ਜਾਗਿਆ ਪਿਆ ਅੱਜ। ਐਡੀ ਬੜੀ ਮੁਜ਼ੱਫਰਨਗਰ ਦੇ ਵਿੱਚ ਰੈਲੀ ਹੋਈ ਆ, ਉਦੋਂ ਵੀ ਚਲੋ ਕਿਸੇ ਨੂੰ ਗੁੰਡੇ ਕਹਿੰਦੇ, ਕਿਸੇ ਨੂੰ ਕੁਛ ਕਹਿੰਦੇ। ਹੁਣ ਤੁਸੀਂ ਇੱਕ ਹੋਰ ਦੇਖੋ ਗੱਲ, ਹੁਣ 4 ਦਿਨ ਪਹਿਲਾਂ ਮਹਿਬੂਬਾ ਮੁਫਤੀ ਜਿਹੜੀ CM ਆ ਸਾਬਕਾ ਜੰਮੂ ਕਸ਼ਮੀਰ ਦੀ, ਉਹ ਚੰਡੀਗੜ੍ਹ ਆਏ ਸੀ। ਉਹਨਾਂ ਨੇ ਉੱਥੇ ਆ ਕੇ ਕਿਹਾ ਵੀ ਕਸ਼ਮੀਰੀ ਲੋਕ ਜਿਹੜੇ ਉਹ ਪਾਕਿਸਤਾਨੀ ਆ, ਜਿਹੜੇ ਪੰਜਾਬੀ ਲੋਕ ਆ ਉਹ ਖਾਲਿਸਤਾਨੀ ਆ, ਵੀ ਕਿਆ ਇਕੱਲੇ ਭਾਜਪਾ ਵਾਲੇ ਹਿੰਦੁਸਤਾਨੀ ਆ? ਇਹ ਕਿਹੜੇ ਮੂੰਹ ਨਾਲ ਸਾਡੇ ਥੱਪਾ ਲਾ ਰਹੇ ਆ ਉਹ ਖਾਲਿਸਤਾਨੀਆਂ ਦਾ, ਉਹਨਾਂ ਪਰ ਪਾਕਿਸਤਾਨੀਆਂ ਦਾ? ਕਿ ਅਸੀਂ ਦੇਸ਼ ਦੇ ਵਸਿੰਦੇ ਨਹੀਂ, ਕਿ ਅਸੀਂ ਟੈਕਸ ਨਹੀਂ ਦੇ ਰਹੇ ਸਰਕਾਰ ਨੂੰ? ਜਦ ਸਾਨੂੰ ਉਹ ਚੀਜ਼ ਚਾਹੀਦੀ ਉਹ ਨਹੀਂ, ਸਾਡੇ ਪਰ ਕਿਉਂ ਥੋਪ ਰਹੇ ਆ ਜਾਣ ਬੁੱਝ ਕੇ? ਉਹ ਇਹ ਸਰਕਾਰ ਦੀ ਇੱਕ ਤਰ੍ਹਾਂ ਦੀ ਬਹੁਤ ਜ਼ਿਆਦਾ ਨਲਾਇਕੀ ਆ ਇਹ, ਵੀ ਸਰਕਾਰ ਇਸ ਤਰ੍ਹਾਂ ਧੱਕਾ ਕਰ ਰਹੀ ਆ ਆਵਾਮ ਦੇ ਨਾਲ। ਸੋ ਸਾਡੇ ਪਾ ਇੱਕੇ ਤਰੀਕਾ VOTING ਦਾ, ਅਸੀਂ ਉਹ ਵੇਟ ਕਰ ਰਹੇ ਹਾਂ VOTING ਦੀ। ਸਰਕਾਰ ਦੇ ਖਿਲਾਫ ਪੂਰੇ ਹਿੰਦੁਸਤਾਨ ਦੇ ਵਿੱਚ ਮਾਹੌਲ ਪੈਦਾ ਕਰ ਰਹੇ ਹਾਂ ਇਹ ਜਿਹਾ ਵੀ ਆਉਣ ਵਾਲੇ 2024 ਦੇ ਵਿੱਚ ਮੋਦੀ ਸਾਹਿਬ ਦਾ ਜਿਹੜਾ ਤਖਤ ਆ ਉਹ ਪਲਟ ਦਿੱਤਾ ਜਾਵੇ, ਨਵਾਂ ਕੋਈ PM ਬਣੂਗਾ। ਉਹ ਤੇ ਅਸੀਂ ਉਮੀਦ ਕਰੂੰਗੇ ਭਾਈ ਤੁਹਾਡੇ ਇਹ ਕਾਨੂੰਨ ਆ ਵਾਪਸ ਲਊਂਗੇ। ਜੇਕਰ ਨਹੀਂ ਹੁੰਦਾ ਫਿਰ ਅਸੀਂ ਕਿਸਾਨ ਜਥੇਬੰਦੀਆਂ ਜਿਹੜੀ ਇਕੱਠੇ ਹੋ ਗਏ ਵੀ ਆਪਣਾ ਜਿਵੇਂ ਸੰਯੁਕਤ ਮੋਰਚਾ ਕਹੂਗਾ ਉਸ ਤਰ੍ਹਾਂ ਅਸੀਂ ਆਪਣੇ ਬੰਦੇ ਖੜੇ ਕਰੂੰਗੇ। 600 ਤੋਂ ਵੱਧ ਕੁਰਬਾਨੀਆਂ ਹੋ ਚੁੱਕੀਆਂ ਨੇ ਹੁਣ ਤੱਕ। ਪ੍ਰਧਾਨ ਮੰਤਰੀ ਬਾਅਦ ਵਿੱਚ ਪਹਿਲਾਂ ਉਹ ਇੱਕ ਇਨਸਾਨ ਹੈ, ਸੋ ਇਨਸਾਨੀਅਤ ਦੇ ਨਾਤੇ ਕਿਆ ਉਹਨਾਂ ਨੇ ਕਦੀ ਨਹੀਂ ਸੋਚਿਆ, ਕੋਈ ਚਾਹੁੰਦਾ ਹੈ ਕਿ ਉਹਨਾਂ ਦੀ ਪ੍ਰਜਾ ਕੁੱਟ-ਕੁੱਟ ਕੇ ਮਰ ਰਹੀ ਹੈ ਤਾਂ ਉਹਨਾਂ ਤੇ ਕੋਈ ਅਸਰ ਨਹੀਂ ਹੋ ਰਿਹਾ? ਨਹੀਂ, ਇਹਦੇ ਨਾਲ ਵੱਧ ਸ਼ਰਮ ਦੀ ਕੀ ਗੱਲ ਹੋਊਗੀ ਜੀ? ਦੇਖੋ ਹੁਣ ਪਾਰਲੀਮੈਂਟ ਦੇ ਵਿੱਚ, ਸੰਸਦ ਦੇ ਵਿੱਚ ਹੁਣ ਸੰਸਦ ਚੱਲਿਆ, ਉੱਥੇ ਸਰਕਾਰ ਦੇ ਕੋਲ ਕੋਈ ਬਿਊਰਾ ਨਹੀਂ ਰਿਹਾ ਵੀ ਸਾਡੇ ਕਿੰਨੇ ਸ਼ਹੀਦ ਹੋ ਗਏ ਕਿਸਾਨ। ਕਿਆ ਕਿਸਾਨ ਦੇਸ਼ ਦੇ ਵਸਿੰਦੇ ਨਹੀਂ ਜੀ? ਕਿਆ ਸਰਕਾਰ ਦੇ ਕੋਲ ਇੱਕ ਚੀਜ਼ ਦੀ ਖਬਰ ਆ ਹੋਰ ਵੀ ਉੱਪਰ ਦੇ ਡਰੋਨ ਉੜ ਕੇ ਆ ਗਏ, ਚਿੱਟਾ ਆ ਕੇ ਪੰਜਾਬ 'ਚ ਪਾਕਿਸਤਾਨ ਨੇ ਘੇਰਤਾ, ਡਰੋਨ ਦੇ ਵਿੱਚ ਹਥਿਆਰ ਆ ਰਹੇ, ਉਹ ਚੀਜ਼ਾਂ ਦਿਖ ਰਹੀਆਂ ਉਹਨਾਂ ਡਰੋਨਾਂ ਵਾਲੀਆਂ? ਜਿਹੜੇ ਲੋਕ ਸੜਕਾਂ 'ਤੇ ਕਿਸਾਨ ਮਰ ਰਹੇ ਆ ਉਹ ਨਹੀਂ ਦਿਖ ਰਹੇ? ਕਿਆ ਸਰਕਾਰ ਦੇ ਕੋਲ ਸ਼ਰਮ ਨਹੀਂ ਸਰਕਾਰ ਨੂੰ ਆ ਰਹੀ ਇਹ ਗੱਲ ਵਾਸਤੇ? ਇੱਕ ਕਿਸਾਨ ਜਿਹੜਾ ਪੂਰੇ ਹਿੰਦੁਸਤਾਨ ਦਾ ਢਿੱਡ ਭਰ ਰਿਹਾ, ਉਹ 600 ਦੇ ਉੱਪਰ ਸ਼ਹੀਦ ਹੋ ਗਿਆ ਤੇ ਉੱਥੇ ਪਾਰਲੀਮੈਂਟ ਦੇ ਵਿੱਚ ਬੋਲ ਰਹੇ ਆ ਵੀ ਸਾਡੇ ਕੋਲ ਕੋਈ ਡਾਟਾ ਨਹੀਂ ਕਿਸਾਨਾਂ ਦਾ। ਕਿੰਨੇ ਕਿਸਾਨ ਸ਼ਹੀਦ ਹੋ ਗਏ ਸਾਨੂੰ ਨਹੀਂ ਪਤਾ। ਇਹਦੇ ਨਾਲੋਂ ਵੱਧ ਹੋਰ ਸ਼ਰਮ ਦੀ ਗੱਲ ਕੀ ਹੋ ਸਕਦੀ ਹੈ ਸਰਕਾਰ ਵਾਸਤੇ ਜੀ? ਵੀ ਇੱਕ ਹਿੰਦੁਸਤਾਨ ਦੇ ਵਸਿੰਦੇ ਦੇ ਮਰੇ ਦੇ ਉੱਤੇ, ਸ਼ਹੀਦ ਹੋਏ ਦੇ ਉੱਤੇ ਉਹ 2 ਮਿੰਟ ਵਾਸਤੇ ਜਿਵੇਂ ਕਹਿੰਦੇ ਮੋਮਬੱਤੀ ਰੱਖ ਸਕੇ। ਕੋਈ ਸਾ ਪੁਰਾਣਾ ਲੀਡਰ ਮਰ ਜਾਵੇ, ਚਲੋ ਮੈਂ ਕਹਿਣਾ ਚਾਹੀਦਾ ਨਹੀਂ, ਜਿਹਦੀਆਂ ਮੰਡੀਆਂ ਲੱਤਾਂ ਆਪਾਂ ਪੰਜਾਬੀ ਜੀ ਕਹਿੰਦੇ ਆ, ਉਹ ਮਰ ਜਾਵੇ, ਉਹਦੇ ਮਰੇ ਤੇ ਵੀ ਝੰਡਾ ਡਾਊਨ ਕਰ ਦਿੰਦੇ ਆ, 2 ਦਿਨ ਦਾ ਸੋਗ ਲਾ ਦਿੰਦੇ ਆ ਦੇਸ਼ ਦੇ ਵਿੱਚ। ਹਰੇਕ ਪਾਰਲੀਮੈਂਟ ਦੇ ਵਿੱਚ ਉਹਨਾਂ ਨੂੰ ਸ਼ਹੀਦੀਆਂ ਦੇ ਉੱਪਰ ਪਹਿਲਾਂ ਜਾ ਕੇ ਬੋਲਦੇ ਆ ਵੀ ਸ਼ਹੀਦ ਹੋ ਗਏ, 2 ਮਿੰਟ ਵਾਸਤੇ ਮੌਨ ਰੱਖੋ। ਕਿ ਅਸੀਂ ਇਨਸਾਨ ਨਹੀਂ? ਕਿ ਕਿਸਾਨ ਇਨਸਾਨ ਨਹੀਂ? ਕਿਸਾਨ ਦੇ ਸ਼ਹੀਦ ਹੋਣ ਦੇ ਉੱਤੇ ਉਹਨਾਂ ਨੇ ਕਿਉਂ ਨਹੀਂ ਕਰਿਆ ਹੈ ਪਾਰਲੀਮੈਂਟ ਦੇ ਵਿੱਚ? ਇਹ ਮੋਦੀ ਸਰਕਾਰ ਦੀ ਨਲਾਇਕੀ ਆ। ਅਸੀਂ ਯਾਦ ਰੱਖੂਗੇ ਇਹ ਸਮਾਂ, ਅਸੀਂ ਯਾਦ ਰੱਖੂਗੇ ਮੋਦੀ ਸਾਹਿਬ ਜੋ ਤੁਸੀਂ ਸਾਡੇ ਨਾਲ ਕਿਸਾਨਾਂ ਨਾਲ ਕਰ ਰਹੇ ਆ। ਕੋਈ ਗੱਲ ਨਹੀਂ, ਸਮਾਂ ਆਉਣ ਦਿਓ, ਸਭਾ ਬਹੁਤ ਬਲਵਾਨ ਆ, ਅਸੀਂ ਵੇਟ ਕਰ ਰਹੇ ਹਾਂ ਸਮੇਂ ਦੀ। ਤੁਹਾਡੇ ਇੱਕ ਜਵਾਬ ਦੇਂਗੇ, ਇੱਟ ਦਾ ਜਵਾਬ ਪੱਥਰ ਨਾਲ ਦੋਗੇ। ਤੁਸੀਂ ਆਪਣੀ ਮਰਜ਼ੀ ਕਰ ਰਹੇ, ਤੁਹਾਡੇ ਕੋਲ ਪਾਵਰ ਆ, ਕੋਈ ਗੱਲ ਨਹੀਂ, ਮਹਾਰਾਜ ਵਾਹਿਗੁਰੂ ਕਰੂਗਾ ਕਿਰਪਾ ਵੀ ਤੁਹਾਡਾ ਤਖਤਾ ਪਲਟੂਗਾ ਤੇ ਸਾਡੀ ਇਹ ਆਵਾਮ ਦੀ ਜਿਹੜੀ ਗੱਲ ਉਹ ਸੁਣੀ ਜਾਊਗੀ। ਕੀ ਲੱਗਦਾ ਹੈ ਜਿੱਤ ਕਦੋਂ ਹਾਸਿਲ ਹੋਵੇਗੀ? ਦੇਖੋ ਜਿੱਤ ਹਾਸਲ ਕਰਨ ਵਾਸਤੇ ਅਸੀਂ ਪਹਿਲੇ ਦਿਨ ਗਏ ਤੇ ਜਦੋਂ ਐ ਤਾਂ ਵੀ ਅੱਜੇ ਜਿੱਤ ਹੋ ਜਾਣੀ, ਐਡਾ ਵੱਡਾ ਆਵਾਮ, ਐਡਾ ਵੱਡਾ ਹਯੂਮ ਗਿਆ ਤਾਂ, ਪਰ ਉਹ ਪਤਾ ਨਹੀਂ ਕਿਉਂ ਨਹੀਂ ਗੱਲ ਬਣੀ। ਪਰ ਕੋਈ ਗੱਲ ਨਹੀਂ, ਦੇਖੋ ਤੁਸੀਂ ਜੀ ਹੁਣ ਤੱਕ ਦੁਨੀਆ ਦਾ ਇਹ ਸਭ ਤੋਂ ਬੜਾ ਜਿਹੜਾ ਧਰਨਾ ਹੋ ਚੁੱਕਿਆ ਹੈ
ਸਭ ਤੋਂ ਵੱਡਾ ਧਰਨਾ ਜਿਵੇਂ ਪਹਿਲਾਂ ਚਾਚਾ ਕਿਸ਼ਨ ਸਿੰਘ ਨੇ ਲਾਇਆ ਸੀ ਧਰਨਾ, ਉਹ ਵੀ ਟੱਪ ਕੇ ਦਿਨ ਹੁਣ ਸਾਡੇ। ਸਾਨੂੰ ਇਸ ਗੱਲ ਦੀ ਖੁਸ਼ੀ ਆ ਵੀ ਸਾਡਾ ਪੰਜਾਬ, ਸਾਡੀ ਮੇਰੀ ਉਮਰ ਦੇ ਜਿਹੜੇ ਮੁੰਡੇ ਆ, ਮੇਰੇ ਤੋਂ ਛੋਟੇ ਆ, ਉਹ ਦੇਖ ਰਹੇ ਆ ਵੀ ਸਾਡੇ ਪੰਜਾਬ ਵਾਲੇ ਵੀਰਾਂ ਨੇ, ਕਿਸਾਨਾਂ ਨੇ ਐਡਾ ਵੱਡਾ ਧਰਨਾ ਲਾਇਆ ਵੀ ਉਹਦੇ ਵਿੱਚ ਅਸੀਂ ਖੁਦ ਸ਼ਮੂਲੀਅਤ ਕਰੀ ਆ, ਅਸੀਂ ਆਪ ਗਏ ਆ। ਸਾਨੂੰ ਇਹ ਚੀਜ਼ ਦਾ ਫਖਰ ਵੀ ਹੈ ਵੀ ਅਸੀਂ ਕਹਿਣ ਜੋਗੇ ਹੋ ਗਏ ਅੱਜ ਵੀ ਅਸੀਂ ਆਪਣੇ ਭਰਾਵਾਂ ਵਾਸਤੇ ਕੁਝ ਕਰਿਆ। ਬਾਕੀ ਦੇ ਕਾਨੂੰਨ ਵਾਪਸ ਲੈਣ ਦੀ ਗੱਲ ਅਸੀਂ ਲੜਾਈ ਲੜ ਰਹੇ ਹਾਂ ਜੀ। ਆਹ ਦੇਖੋ ਐਡੇ ਵੱਡੇ ਸੂਰਮੇ ਆਏ ਖੜੇ ਆ, ਜਾਗਦੀ ਜ਼ਮੀਰ ਵਾਲੇ ਖੜੇ ਆਏ ਹੋਏ। ਜਿੰਨਾ ਚਿਰ ਵਾਪਸ ਨਹੀਂ ਹੁੰਦੇ ਅਸੀਂ ਸੜਕਾਂ ਤੇ ਬੈਠੇ ਆ। ਠੰਡ ਲੰਘ ਗਈ ਜੀ, ਬਰਸਾਤ ਲੰਘ ਗਈ, ਗਰਮੀ ਲੰਘ ਗਈ, ਸਾਲ ਹੋ ਚੱਲਿਆ, ਕੋਈ ਗੱਲ ਨਹੀਂ, ਬਹਿਰੂ ਰੱਖਾ ਹੈ, ਫੇਰ ਬੈਠੇ ਆ। ਜਿੰਨਾ ਚਿਰ ਨਹੀਂ ਵਾਪਸ ਹੁੰਦਾ ਉਹ ਡਟੇ ਪਏ ਆ ਜੀ। ਕੀ ਲੱਗਦਾ ਕਿੰਨਾ ਲੰਬਾ ਸੰਘਰਸ਼ ਚਾਹੂਗਾ? ਦੇਖੋ ਜੀ, ਸੰਘਰਸ਼ ਜਿੰਨਾ ਮਰਜ਼ੀ ਲੰਬਾ ਚੱਲੇ, ਜਿਹੜੇ ਕਿਸਾਨ ਹੈ ਤੇ ਮਜ਼ਦੂਰ ਹੈ ਜਾਂ ਦੁਕਾਨਦਾਰ ਸਾਥੀ ਹੈ ਜਾਂ ਸਾਡਾ ਆੜਤੀ ਭਾਈਚਾਰਾ ਹੈ, ਇੰਨਾ ਸਾਡੇ ਨਾਲ ਇਕਜੁੱਟ ਹੋ ਕੇ ਜੁੜਿਆ ਹੋਇਆ ਹੈ, ਕਿਉਂਕਿ ਇਹ ਸੰਘਰਸ਼ ਨੂੰ ਫਤਿਹ ਕਰਕੇ ਹੀ ਰਹਾਂਗੇ। ਕਿਉਂਕਿ ਜਦੋਂ ਤੱਕ 3 ਕਾਲੇ ਕਾਨੂੰਨ ਰੱਦ ਨਹੀਂ ਹੁੰਦੇ, ਦਿੱਲੀ ਤੋਂ ਵਾਪਸ ਨਹੀਂ ਆਵਾਂਗੇ। ਇੱਥੇ ਜਿਹੜੇ ਸੰਯੁਕਤ ਕਿਸਾਨ ਮੋਰਚੇ ਦੀਆਂ ਕਾਲਾਂ ਹੋਣਗੀਆਂ, ਉਹਨਾਂ ਨੂੰ ਅਸੀਂ ਮੰਨ ਕੇ ਐਦਾਂ ਹੀ ਧਰਨੇ ਲਾਉਂਦੇ ਰਹਾਂਗੇ ਜੀ। ਕਿਤੇ ਨਾ ਕਿਤੇ ਦਿੱਲੀ ਦੀਆਂ ਰੌਣਕਾਂ ਕੁਝ ਘਟ ਗਈਆਂ ਨੇ, ਸੋ ਕੀ ਕਾਰਨ ਰਿਹਾ ਇਹਦੇ ਵਿੱਚ? ਨਹੀਂ, ਕੋਈ ਘਟਿਆ ਨਹੀਂ ਜੀ, ਦਿੱਲੀ ਦੀ ਰੌਣਕ ਨਹੀਂ ਘਟੀ, ਕਿਉਂਕਿ ਕਿਸਾਨਾਂ ਨੂੰ ਇੱਥੇ ਕੰਮ ਹੈ। ਪੰਜਾਬ ਦੇ ਵਿੱਚ ਹੁਣ ਝੋਨਾ ਆ ਗਿਆ, ਇਹ ਵੀ ਕੰਮ ਹੈ। ਪਹਿਲਾਂ ਝੋਨਾ ਪਾਲਿਆ ਸੀ, ਹੁਣ ਮੁੜ ਕੇ ਫੇਰ ਝੋਨਾ ਚੱਕ ਕੇ ਮੁੜ ਕੇ ਫੇਰ ਉੱਥੇ ਰੌਣਕਾਂ ਉਨੀਆਂ ਹੀ ਪਰਤਣਗੀਆਂ ਤੇ ਅਸੀਂ ਸੰਘਰਸ਼ ਨੂੰ ਫਤਿਹ ਕਰਕੇ ਛੱਡਾਂਗੇ ਜੀ। 3 ਕਾਲੇ ਕਾਨੂੰਨ ਰੱਦ ਕਰਾ ਕੇ ਹਟਾਂਗੇ। ਕਦੋਂ ਤੱਕ ਫਤਿਹ ਹੋ ਜਾਵੇਗੀ? ਦੇਖੋ ਜੀ, ਇਹ ਪ੍ਰਮਾਤਮਾ ਜਾਣਦਾ, ਪਰ ਜਦੋਂ ਤੱਕ ਫਤਿਹ ਨਹੀਂ ਹੁੰਦਾ ਇਹ ਧਰਨਾ ਚੱਕਿਆ ਨਹੀਂ ਜਾਊਗਾ। ਔਰ ਇਹ ਦੂਜੀ ਗੱਲ ਇਹ ਵੀ ਹੈ, ਕਾਨੂੰਨ ਦੇ ਦਾਇਰੇ 'ਚ ਰਹਿ ਕੇ ਅਸੀਂ ਜਿਹੜਾ ਸੰਘਰਸ਼ ਲੜਦੇ ਆ, ਕਾਨੂੰਨ ਦੇ ਦਾਇਰੇ 'ਚ ਰਹਿ ਕੇ ਲੜਾਂਗੇ, ਕਾਨੂੰਨ ਤੋਂ ਬਾਹਰ ਨਹੀਂ ਜਾਵਾਂਗੇ। ਸੋ ਇੱਕੋ ਹੀ ਨਾਰਾ ਇਹਨਾਂ ਦਾ, ਜਾਂ ਜਿੱਤਾਂਗੇ ਜਾਂ ਮਰਾਂਗੇ, ਪਰ ਇੱਥੇ ਬੈਠੇ ਰਵਾਂਗੇ, ਸੰਘਰਸ਼ਾਂ ਦੇ ਵਿੱਚ ਪਿੱਛੇ ਨਹੀਂ ਹਟਾਂਗੇ। ਸੋ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ, ਅੱਜ ਚੱਕਾ ਜਾਮ ਹੈ ਪੂਰਾ। ਸੋ ਕਿੰਨਾ ਕੁ ਸਮਰਥਨ ਕਰ ਰਹੇ ਨੇ ਇੱਥੋਂ ਦੇ ਲੋਕ ਤੁਹਾਡੇ ਨਾਲ? ਜੋ ਅੱਜ ਸੰਯੁਕਤ ਕਿਸਾਨ ਮੋਰਚੇ ਵੱਲੋਂ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ, ਸਾਡਾ ਜੇ ਸੰਘਰਸ਼ ਚੱਲਦੇ 100 ਦਿਨ ਅੱਜ ਪੂਰੇ ਹੋ ਚੁੱਕੇ ਆ, ਉਹਦੇ ਵਿੱਚ ਸਾਨੂੰ ਪੂਰੇ ਭਾਰਤ ਵਿੱਚ ਪੂਰਾ ਸਮਰਥਨ ਮਿਲ ਰਿਹਾ ਹੈ। ਮਰੰਡੇ ਸ਼ਹਿਰ ਵਿੱਚ ਅੱਜ ਕੋਈ ਵੀ ਦੁਕਾਨ, ਕੋਈ ਵੀ ਬੈਂਕ, ਕੋਈ ਵੀ ਕਿਸੇ ਕਿਸਮ ਦਾ ਅਦਾਰਾ ਉਹ ਨਹੀਂ ਖੁੱਲ੍ਹਾ, ਟੋਟਲ ਬੰਦ ਹੈ। ਸਾਨੂੰ 100% ਸਮਰਥਨ ਮਿਲ ਰਿਹਾ। ਜਦ ਤੱਕ ਇਹ ਕਾਨੂੰਨ ਰੱਦ ਨਹੀਂ ਹੁੰਦੇ, ਤਦ ਤੱਕ ਇਹ ਸਾਰਾ ਵਪਾਰ ਮਹਿਕਮਾ ਜਾਂ ਕਾਰਖਾਨੇਦਾਰ, ਮਜ਼ਦੂਰ ਹੈ, ਮੁਲਾਜ਼ਮ ਹੈ, ਇਹ ਸਾਨੂੰ ਸਾਥ ਦਿੰਦੇ ਰਹਿਣਗੇ। ਸੋ ਅੱਗੇ ਵੀ ਇੱਦਾਂ ਚੱਕੇ ਜਾਮ ਕਰਦੇ ਰਹਿਣਗੇ ਜੇਕਰ ਨਹੀਂ ਸਰਕਾਰ ਨੇ ਕੋਈ ਠੋਸ ਕਦਮ ਚੱਕਿਆ? ਜੇਕਰ ਸਰਕਾਰ ਨੇ ਕਾਲੇ ਕਾਨੂੰਨ ਨਹੀਂ ਰੱਦ ਕਰਦੀ ਤਾਂ ਆਉਣ ਵਾਲੇ ਸਮੇਂ 'ਚ ਜੋ ਸਾਨੂੰ ਸੰਯੁਕਤ ਕਿਸਾਨ ਮੋਰਚੇ ਦੇ ਸਾਡੇ ਜਿਹੜੇ 32 ਲੀਡਰ ਹੈ, ਉਹ ਸਾਨੂੰ ਸੁਨੇਹਾ ਦਿੰਦੇ ਰਹਿਣਗੇ। ਉਸ ਦੇ ਤਹਿਤ ਅਸੀਂ ਚੱਲਦੇ ਹੋਏ ਅਗਲੇ ਪ੍ਰੋਗਰਾਮ ਵੀ ਇਸੇ ਤਰ੍ਹਾਂ ਉਲੀਕਦੇ ਰਹੂੰਗੇ। ਸੋ ਕਿੰਨੇ ਵਜੇ ਤੁਸੀਂ ਚੱਕਾ ਜਾਮ ਕਰਤਾ ਸੀ? ਅੱਜ ਅਸੀਂ 6 ਵਜੇ ਤੋਂ ਲੈ ਕੇ 4 ਵਜੇ ਤੱਕ ਚੱਕਾ ਜਾਮ ਹੈ, ਮੁਕੰਮਲ ਚੱਕਾ ਜਾਮ ਹੈ। ਕਿਸੇ ਨੂੰ ਅਸੀਂ ਲੰਘਣ ਨਹੀਂ ਦਿੰਦੇ। ਜੋ ਜ਼ਰੂਰੀ ਸੇਵਾਵਾਂ, ਚਾਹੇ ਉਹ ਪੁਲਿਸ ਵਾਲੇ ਆ, ਚਾਹੇ ਉਹ ਡਾਕਟਰ ਹੈ, ਚਾਹੇ ਐਮਰਜੈਂਸੀ ਹੈ, ਜਾਂ ਕਿਸੇ ਨੇ ਸੰਸਕਾਰ 'ਤੇ ਜਾਣਾ, ਉਹਨਾਂ ਨੂੰ ਅਸੀਂ ਛੋੜ ਦਿੱਤੀ ਵੀ ਹੈ, ਤਾਂ ਕਿ ਅਸੀਂ ਪਬਲਿਕ ਹੈਰਾਨ ਨਹੀਂ ਕਰਨੀ। ਸਾਡਾ ਜਿਹੜਾ ਇਹਦਾ ਮੁੱਖ ਮਕਸਦ ਹੈ, ਇਹ ਸ਼ਹਿਰ ਬਾਜ਼ਾਰ ਬੰਦ ਕਰਨ ਦਾ ਸਾਡਾ ਅੱਜ ਮੁਕੰਮਲ ਤੌਰ ਤੇ ਇਹਦਾ ਸੱਦਾ ਸਾਨੂੰ। 4 ਵਜੇ ਤੋਂ ਬਾਅਦ ਬਾਜ਼ਾਰ ਖੁੱਲ੍ਹ ਜਾਣਗੇ? 4 ਵਜੇ ਤੋਂ ਬਾਅਦ ਜੇ ਕਿਸੇ ਵੀਰ ਨੇ ਆਪਣਾ ਕਾਰੋਬਾਰ ਖੋਲ੍ਹਣਾ ਉਹ ਖੋਲ੍ਹ ਸਕਦਾ, ਉਹ ਸਾਡੇ ਵਾਸਤੇ ਕੋਈ ਅਸੀਂ ਪਾਬੰਦੀ ਨਹੀਂ ਹੈਗੀ। ਸੋ ਕੀ ਲੱਗਦਾ ਹੈ 600 ਤੋਂ ਵੱਧ ਸ਼ਹੀਦੀਆਂ ਹੋ ਚੁੱਕੀਆਂ ਨੇ, ਸੋ ਕਿੰਨੀਆਂ ਹੋਰ ਕੁਰਬਾਨੀਆਂ ਦੇਣੀਆਂ ਪੈਣਗੀਆਂ ਕਿਸਾਨਾਂ ਨੂੰ? ਮੈਡਮ, ਜਿੰਨੀ ਦੇਰ ਇਹ ਸਾਡਾ ਮੋਦੀ ਮੰਗਾਂ ਨਹੀਂ ਮੰਨਦਾ, ਉਨੀ ਦੇਰ ਕੁਰਬਾਨੀਆਂ ਜਾਰੀ ਰਹਿਣਗੀਆਂ। ਸੋ ਇਹੋ ਜਿਹਾ ਰਾਜਾ ਹੈ ਜਿਹੜਾ ਕੁਰਬਾਨੀਆਂ ਮੰਗਦਾ ਹੈ, ਜਿਹੜਾ ਆਪਣੀ ਪ੍ਰਜਾ ਦੀ ਮਤਲਬ ਸ਼ਹੀਦ ਕਰਵਾ ਕੇ ਖੁਸ਼। ਕੁਰਬਾਨੀਆਂ 'ਚੋਂ ਜੰਮੀਆਂ ਹੈ, ਅੱਗੇ ਵੀ ਕੁਰਬਾਨੀਆਂ ਜਿੰਨੀਆਂ ਲੋੜ ਪਈ ਤਾਂ ਦੇਵਾਂਗੇ। ਸੋ ਕਿਤੇ ਨਾ ਕਿਤੇ ਇਦਾਂ ਨਹੀਂ ਲੱਗਦਾ ਮੋਰਚਾ ਠੰਡਾ ਪੈ ਗਿਆ, ਉੱਥੇ ਰੌਣਕਾਂ ਕੁਝ ਘਟ ਗਈਆਂ ਨੇ ਦਿੱਲੀ ਸੰਘਰਸ਼ ਦੇ ਵਿੱਚ? ਮੈਡਮ, ਇੱਥੇ ਕੰਮਾਂ ਕਰਕੇ ਹੁੰਦਾ ਜੀ। ਮੈਂ ਕੱਲ ਦਿੱਲੀ ਜਾ ਕੇ ਆਇਆ, ਬੇਟੇ ਨੂੰ ਆਪਣੇ ਨੂੰ ਚੜਾ ਕੇ ਆਇਆ, ਕੋਈ ਮੋਰਚਾ ਠੰਡਾ ਨਹੀਂ ਪਿਆ। ਟਿਕਰੀ ਬਾਰਡਰ ਤੇ 15 ਕਿਲੋਮੀਟਰ ਲੰਬਾ ਲੱਗਿਆ ਹੋਇਆ ਉੱਥੇ ਧਰਨਾ, ਕੋਈ ਠੰਡਾ ਨਹੀਂ ਪਿਆ। ਸੋ ਕੀ ਲੱਗਦਾ ਜਿੱਤ ਹਾਸਿਲ ਹੋਵੇਗੀ? ਮੈਡਮ 100% ਹੋਊਗੀ। ਬਾਪੂ ਜੀ ਕਦੋਂ ਤੋਂ ਇੱਥੇ ਬੈਠੇ ਹੋਏ ਹੋ ਧਰਨੇ ਤੇ? ਸਵੇਰੇ 6 ਵਜੇ ਦੇ ਜੀ। ਦਿੱਲੀ ਕਿੰਨੀ ਵਾਰ ਜਾ ਕੇ ਆਏ ਹੋ? ਦਿੱਲੀ ਮੈਂ 2 ਵਾਰ ਜੀ। ਬਸ 2 ਵਾਰ ਹੀ ਜਾ ਕੇ? ਮੇਰੀ ਬੇਟਾ ਜਾ ਕੇ ਆਇਆ, ਪਹਿਲਾਂ ਬੇਟਾ ਰਿਹਾ ਜੀ ਉੱਥੇ। ਕਿੰਨਾ ਟਾਈਮ ਰਹਿ ਕੇ ਆਏ? ਬੇਟਾ ਪਹਿਲਾਂ 22 ਦਿਨ ਲਾ ਕੇ ਆਇਆ, ਮੈਂ ਹੁਣ 7 ਦਿਨ ਲਾ ਕੇ ਆਇਆ, ਪਹਿਲਾਂ ਮੈਂ 2 ਦਿਨ ਲਾ ਕੇ ਆਇਆ ਸੀ। ਜ਼ਿਆਦਾ ਟਾਈਮ ਰਹਿਣਾ ਚਾਹੀਦਾ ਬਾਪੂ ਜੀ। ਜ਼ਿਆਦਾ ਟਾਈਮ ਦਾ ਟ੍ਰੇਡ ਯੂਨੀਅਨ ਦੇ ਵਿੱਚ ਮੈਂ ਕੰਮ ਕਰਦਾ, ਬਿਜਲੀ ਬੋਰਡ ਵੱਲ। ਇੱਥੇ ਜ਼ਿਆਦਾ ਸਰਗਰਮੀ ਰਹਿੰਦੀ ਹੈ। ਪਿਛਲੇ ਜਦ ਤੋਂ ਇਹ ਧਰਨਾ ਸ਼ੁਰੂ ਹੋਇਆ, ਜਿੰਨੇ ਇਹਨਾਂ ਦੇ ਇੱਥੇ ਐਕਸ਼ਨ ਨੇ ਵੀ ਸੰਯੁਕਤ ਕਿਸਾਨ ਮੋਰਚੇ ਦੇ, ਉਹਨਾਂ ਸਾਰੇ ਵਿੱਚ ਬਿਜਲੀ ਬੋਰਡ ਦੇ ਮੁਲਾਜ਼ਮਾਂ ਨੂੰ ਨਾਲ ਲੈ ਕੇ ਪਾਰਟੀਸਿਪੇਸ਼ਨ ਕਰਦੇ ਆ। ਅੱਜ ਵੀ ਬਿਜਲੀ ਬੋਰਡ ਦੀਆਂ ਜਿੰਨੀਆਂ ਇੱਥੇ ਮਰੰਡੇ ਦੇ ਲੋਕ ਜਥੇਬੰਦੀਆਂ ਨੇ, ਉਹ ਸਾਰਿਆਂ ਦੇ ਵਿੱਚ ਸ਼ਾਮਲ ਨੇ। ਮੋਦੀ ਸਰਕਾਰ ਅਮਰੀਕਾ ਗਈ ਹੈ ਤੇ ਅਮਰੀਕਾ ਦੇ ਵਿੱਚ ਉਹਨਾਂ ਦਾ ਬਹੁਤ ਜ਼ਿਆਦਾ ਵਿਰੋਧ ਕੀਤਾ ਗਿਆ ਹੈ। ਸੋ ਕੀ ਲੱਗਦਾ ਹੈ ਸਰਕਾਰ ਨੂੰ ਹੁਣ ਕੋਈ ਫਰਕ ਪਊਗਾ? ਅਸਲ ਵਿੱਚ ਕੀ ਹੈ ਜੀ, ਵੀ ਜੇ ਸੰਸਾਰ ਪੰਧ ਦੇ ਆਪਾਂ ਕੋਖੀਏ ਨਾ, ਤੇ 15 ਜਿਹੜੇ ਸੰਸਾਰ ਦੇ ਘਰਾਣੇ ਨੇ ਬੜੀ ਪੱਧਰ 'ਤੇ ਕੰਮ ਕਰਨ ਵਾਲੇ, ਉਹਨਾਂ ਦੀਆਂ ਜਿਹੜੇ ਦੇਸ਼ ਖੁਦ ਆਜ਼ਾਦ ਨਹੀਂ ਹੈਗੇ, ਆਰਥਿਕ ਗੁਲਾਮੀ ਹੈ, ਧਾਰਮਿਕ ਆਜ਼ਾਦੀ ਨਹੀਂ ਹੈਗੀ ਉਹਨਾਂ ਦੀ, ਉਹ ਵੀ ਗੁਲਾਮੀ ਹੈ। ਉਹਨਾਂ ਨੂੰ ਉਹ ਗੁਲਾਮ ਰੱਖਣ ਵਾਸਤੇ ਉੱਥੇ ਨੀਤੀਆਂ ਘੜਦੇ ਨੇ, ਉਸ ਨੀਤੀਆਂ ਦੇ ਹਿੱਸੇ ਵਜੋਂ ਹੀ ਉੱਥੇ ਸ਼ਾਮਲ ਹੁੰਦੇ ਨੇ। ਕਿਉਂਕਿ ਜਿਹੜਾ ਸਾਡਾ ਮੋਦੀ ਹੈ,
ਇਹ ਖਾਸ ਤੌਰ ਤੇ ਹਿਟਲਰ ਸ਼ਾਹੀ ਦੀ ਜਿਹੜੀ ਰਾਜਨੀਤੀ ਹੈ ਉਸ ਨੂੰ ਅਪਣਾਇਆ ਹੋਇਆ, ਉਹੀ ਨੀਤੀ ਇਹ ਲਾਗੂ ਕਰ ਰਿਹਾ ਹੈ ਵੀ ਇਹਨਾਂ ਨੂੰ ਇੱਕ ਪੜਾ ਦੇ ਤੰਗ ਕਰਦੇ ਚਲੇ ਜਾਓ, ਤੰਗ ਕਰਦੇ ਚਲੇ ਜਾਓ, ਇੱਕ ਬਣਾ ਦੇ ਉੱਤੇ ਕਿਸਾਨ ਸ਼ਾਇਦ ਮੋਰਚਾ ਛੱਡ ਕੇ ਭੱਜ ਜਾਣਗੇ ਤੇ ਅਸੀਂ ਜਿਹੜੀਆਂ ਨੀਤੀਆਂ ਲਾਗੂ ਕਰ ਦੇਵਾਂਗੇ। ਹੁਣ ਜੇ ਅਸੀਂ ਇਸੇ ਨੀਤੀ ਨੂੰ ਘੋਕ ਕੇ ਦੇਖੀਏ ਵੀ ਜਿਹੜੀ ਕਿਸਾਨੀ ਦਾ ਪਹਿਲਾ ਕਾਨੂੰਨ ਹੈ APMC ਐਕਟ ਹੈ, ਜੇ ਉਹਨੂੰ ਹੀ ਆਪਾਂ ਇੱਕ ਇਕੱਲੇ ਨੂੰ ਲਾਗੂ ਕਰਦੇ ਹਾਂ ਤਾਂ ਘੱਟੋ ਘੱਟ 10 ਲੱਖ ਮੁਲਾਜ਼ਮ ਮਾਰਕਫੈਡ ਦਾ, ਚਾਹੇ FCI ਹੈ, ਫੂਡ ਸਪਲਾਈ ਜਾਂ ਹੋਰ ਜਿੰਨੇ ਮਹਿਕਮੇ ਨੇ 8 ਅਦਾਰੇ ਨੇ, ਉਹਨਾਂ ਦੇ ਵਿੱਚੋਂ 10 ਲੱਖ ਮੁਲਾਜ਼ਮ ਜਿਹੜਾ ਉਹ ਬੇਰੁਜ਼ਗਾਰ ਹੋ ਜਾਊਗਾ। ਤੇ ਉਹਨਾਂ ਤੋਂ ਬਾਅਦ ਜਿਹੜੀ ਲੇਬਰ ਪੱਲੇਦਾਰੀ ਕੰਮ ਕਰਦੀ ਹੈ ਉਹ ਵੱਖਰੀ ਹੈ, ਕਿਉਂਕਿ ਜਿਹੜੇ ਸਰਮਾਏਦਾਰ ਨੇ ਤਾਂ ਨਵਾਂ ਢੰਗ ਲੈ ਕੇ ਆਏ ਤਾਂ ਮਸ਼ੀਨਾਂ ਲਿਆਉਣ ਦੀ ਲੋਡ ਕਰਨ ਵਾਸਤੇ ਕਹਿੰਦੇ ਲੇਬਰ ਦੀ ਲੋੜ ਹੀ ਨਹੀਂ ਹੈਗੀ। ਹੁਣ ਥੋੜੇ ਚਿਰ ਪਹਿਲਾਂ ਕਰਨਾਲ ਦੇ ਵਿੱਚ ਵੀ ਉਹਨਾਂ ਨੇ ਚੱਕਾ ਜਾਮ ਕੀਤਾ ਸੀ ਹੈ ਨਾ, ਉੱਥੇ ਧਰਨਾ ਲੱਗਿਆ ਸੀ ਤੇ ਉੱਥੇ ਪੱਥਰਬਾਜ਼ੀ ਵੀ ਹੋਈ ਸੀ। ਕਈ ਕਿਸਾਨਾਂ ਦੀਆਂ ਪਿਕਸ ਸਾਹਮਣੇ ਆਈਆਂ ਨੇ, ਮਤਲਬ ਫੋਟੋ ਸਾਹਮਣੇ ਆਈਆਂ ਨੇ, ਉਹਨਾਂ ਦੇ ਸਿਰ ਪਾਟ ਗਏ ਸੀ। ਸੋ ਕਿਤੇ ਨਾ ਕਿਤੇ ਲੱਗਦਾ ਸੀ ਕਿਸਾਨੀ ਮੋਰਚੇ ਨੂੰ ਥੋੜੀ ਸੱਟ ਵੱਜੀ ਹੈ। ਸੋ ਉਸ ਦੇ ਬਾਰੇ ਤੁਹਾਡਾ ਕੀ ਖਿਆਲ ਹੈ? ਦੇਖੋ ਸਰਕਾਰ ਬਖਲਾੜ ਦੇ ਵਿੱਚ ਹੈ, ਜਾਣੀ ਜੇ ਆਪਾਂ ਕੁੱਲ ਮਿਲਾ ਕੇ ਦੇਖੀਏ ਭਾਰਤੀ ਜਨਤਾ ਪਾਰਟੀ ਸਮੁੱਚੇ ਭਾਰਤ ਵਿੱਚ ਬਖਲਾੜ ਦੇ ਵਿੱਚ ਹੈ। ਉਹਦੇ ਜਿੰਨੇ ਕੋਈ MLA ਨੇ, ਕੋਈ ਮੰਤਰੀ ਨੇ, ਕੋਈ ਉਹਦੇ ਹੋਰ ਝੋਲੀ ਚੱਕਣ ਥੱਲੇ, ਉਹ ਵੱਖਰੀ ਦੀ ਭੜਕਾਊ ਬਿਆਨ ਦਿੰਦੇ ਨੇ ਤਾਂ ਜੋ ਕਿ ਕਿਸਾਨ ਆਪਣੀ ਲਾਈਨ ਤੋਂ ਸਲਿੱਪ ਕਰ ਜਾਣ, ਇਹ ਡੰਡਾ ਸੋਟਾ ਕਰਨ ਲੱਗ ਜਾਣ ਤੇ ਸਾਨੂੰ ਲਾਠੀਚਾਰਜ ਕਰਨ ਜਾਂ ਗੋਲੀ ਚਲਾਉਣ ਦਾ ਚਲਾ ਕੇ ਧਰਨੇ ਨੂੰ ਸਮਾਪਤ ਕਰਾਉਣ ਦਾ ਜਬਰੀ ਮੌਕਾ ਮਿਲ ਜਾਵੇ। ਨਹੀਂ, ਹੁਣ ਤੱਕ ਜਿੰਨਾ ਵੀ ਇਹ ਕਿਸਾਨੀ ਸੰਘਰਸ਼ ਹੈ ਸ਼ਾਂਤਮਈ ਢੰਗ ਨਾਲ ਹੀ ਚੱਲਦਾ ਆ ਰਿਹਾ ਸੀ, ਪਰ ਕਰਨਾਲ ਦੇ ਵਿੱਚ ਇਹ ਮੰਜ਼ਰ ਦੇਖਣ ਨੂੰ ਕਿਉਂ ਮਿਲਿਆ? ਸਰਕਾਰ ਜਿਹੜਾ ਕਰਨਾਲ ਦਾ ਪ੍ਰੋਗਰਾਮ ਹੈ ਇਹਦੇ ਵਿੱਚ ਵੀ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਆਪਣੇ ਗੁੰਡੇ ਨੇ ਉਹ ਕਿਸਾਨੀ ਰੂਪ ਦੇ ਵਿੱਚ ਵੀ ਉਹ ਸੰਘਰਸ਼ ਦੇ ਵਿੱਚ ਫਿੱਟ ਕਰ ਦਿੰਦੇ ਨੇ ਤੇ ਲੋੜ ਪੈਣ ਦੇ ਉੱਤੇ ਉਹ ਜਿਹਾ ਐਕਸ਼ਨ ਕਰਦੇ ਨੇ ਜਿਹਦੇ ਬਾਅਦ ਸਰਕਾਰ ਲਾਠੀਚਾਰਜ ਕਰਦੀ ਹੈ। ਯਾਨੀ ਕਹਿਣ ਤੋਂ ਭਾਵ ਮੇਰਾ ਇਹ ਵੀ ਸਰਕਾਰ ਆਪਣੀ ਗਿਣੀ ਮਿਥੀ ਸ਼ਾਸਨ ਨੂੰ ਲਾਗੂ ਕਰਕੇ ਲੋਕਾਂ ਨੂੰ ਇਸ ਲਾਈਨ ਤੋਂ ਸਲਿੱਪ ਕਰਨਾ ਚਾਹੁੰਦੀ ਹੈ। ਸੋ ਕੀ ਲੱਗਦਾ ਹੈ ਜਿੱਤ ਹਾਸਿਲ ਹੋਵੇਗੀ? ਜਿੱਤ ਹਾਸਲ ਹੋਊਗੀ 100% ਹੋਊਗੀ, ਕਿਉਂਕਿ ਇਹ ਕਾਨੂੰਨ ਇੱਥੇ ਹੀ ਨਹੀਂ ਹੈ। ਜੇ ਅਸੀਂ ਪਿੱਛੇ ਨੂੰ ਦੇਖੀਏ 1902 ਦੇ ਵਿੱਚ ਇਹ ਕਾਨੂੰਨ ਪਹਿਲਾਂ ਲਾਗੂ ਕੀਤਾ, 2006-7 ਦੇ ਵਿੱਚ ਭਗਤ ਸਿੰਘ ਦੇ ਚਾਚਾ ਜੀ ਨੇ ਇਹ ਲਾਈਨ ਨੂੰ ਪਗੜੀ ਸਮਾਜ ਜੱਟਾਂ ਥਲੇ ਸ਼ੁਰੂ ਕੀਤਾ। ਉਸ ਤੋਂ ਬਾਅਦ ਵੀ ਉਹ 9 ਮਹੀਨੇ ਘੋਲ ਚੱਲਿਆ ਤੇ ਸਰਕਾਰ ਨੂੰ ਪਿਛਲੀ ਖੁੜੀ ਮੁੜਨਾ ਪਿਆ, ਉਹ ਸਾਰੇ ਕਾਨੂੰਨ ਰੱਦ ਕਰਨੇ ਪਏ ਤੇ ਸਰਕਾਰੀ ਮੰਡੀਆਂ ਉਸ ਸਮੇਂ ਸਥਾਪਿਤ ਕਰਨੀਆਂ ਪੈ ਗਈਆਂ ਸੀਗੀਆਂ। ਥੈਂਕ ਯੂ ਸੋ ਮਚ। ਇੰਡੀਆ ਬੰਦ ਦਾ ਸੱਦਾ ਦਿੱਤਾ ਗਿਆ ਅੱਜ 27 ਸਤੰਬਰ ਨੂੰ, ਸੋ ਕਿੰਨਾ ਕੁ ਸਮਰਥਨ ਦੇ ਰਹੇ ਨੇ? ਦੇਖੋ ਸਮਰਥਨ ਤੁਹਾਡੇ ਸਾਹਮਣੇ ਆ, ਤੁਸੀਂ ਦੇਖ ਰਹੇ ਹੋ। ਇਹ ਲਗਾਤਾਰ ਪਿਛਲੇ ਜੇ ਪੰਜਾਬ ਵਾਲੇ ਦਾ ਐਜੀਟੇਸ਼ਨ ਜਦੋਂ ਤੋਂ ਪੰਜਾਬ ਤੋਂ ਸ਼ੁਰੂ ਹੋਇਆ ਤਾਂ ਲਗਭਗ 1 ਸਾਲ ਹੋ ਗਿਆ। ਅੱਜ 10 ਮਹੀਨੇ 300 ਦਿਨ ਹੋ ਗਏ ਆਪਾਂ ਨੂੰ ਇਸ ਮੋਰਚੇ ਨੂੰ ਦਿੱਲੀ ਦੇ ਵਿੱਚ ਬੈਠਿਆਂ ਨੂੰ। ਤਾਂ ਤੁਸੀਂ ਜੇ ਪੰਜਾਬ ਦਾ ਪਿਛਲਾ ਟਰੈਕ ਰਿਕਾਰਡ ਚੱਕ ਕੇ ਦੇਖੋਗੇ ਤਾਂ ਪੰਜਾਬ ਦੀ ਜਿਹੜਾ ਵੀ ਕਾਲ ਸੰਯੁਕਤ ਮੋਰਚੇ ਨੇ ਦਿੱਤੀ ਹੈ, ਉਹ ਚਾਹੇ ਕਿਸੇ ਰੋਡ ਜਾਮ ਦੀ ਸੀਗੀ, ਚਾਹੇ ਕੋਈ ਭਾਰਤ ਬੰਦ ਦੀ ਸੀਗੀ, ਜਾਂ ਜਿਹੜਾ ਵੀ ਪ੍ਰੋਗਰਾਮ ਦਿੱਤਾ ਉਹਨੂੰ ਪੰਜਾਬ ਨੇ ਬਾਖੂਬੀ ਮਤਲਬ ਹਰ ਤਬਕੇ ਦੇ ਸਹਿਯੋਗ ਨਾਲ ਨੇਪਰੇ ਚਾੜਿਆ ਪੂਰਾ ਸਕਸੈਸਫੁਲੀ। ਜਾਂ ਤੁਸੀਂ ਅੱਜ ਵੀ ਦੇਖ ਲਓ ਲੋਕਾਂ ਦੇ ਵਿੱਚ ਜੋਸ਼, ਲੋਕਾਂ ਦੇ ਵਿੱਚ ਹੋਸ਼ ਦੀ ਕੋਈ ਕਮੀ ਨਹੀਂ। ਕੱਲ ਦਾ ਪ੍ਰੋਗਰਾਮ, ਪਰਸੋਂ ਜਿਹੜੇ ਵੀ ਪ੍ਰੋਗਰਾਮ, ਕਿਉਂਕਿ ਪੰਜਾਬ ਦੇ ਲੋਕ ਬਹੁਤ ਚੰਗੀ ਤਰ੍ਹਾਂ ਇਸ ਅੰਦੋਲਨ ਨੂੰ ਸਮਝ ਚੁੱਕੇ ਆ, ਇਸ ਦੀ ਜੜ, ਇਸ ਦਾ ਮਨੋਰਥ ਕੀ ਆ, ਇਹਦੇ ਛਿੱਟੇ ਕੀ ਨਿਕਲਣੇ ਆ। ਇਹ ਪ੍ਰੋਗਰਾਮ ਦੇ ਜਿੱਤ ਤੇ ਹਾਰ ਦੇ ਮਾਇਨੇ ਜੇ ਪੂਰੇ ਇੰਡੀਆ ਦੇ ਵਿੱਚੋਂ ਕੋਈ ਸਮਝਦਾ ਤਾਂ ਉਹ ਮੇਰੇ ਖਿਆਲ ਦੇ ਵਿੱਚ ਜੇ ਸਭ ਤੋਂ ਪਹਿਲਾਂ ਕਿਸੇ ਨੇ ਸਮਝਿਆ ਤਾਂ ਉਹ ਪੰਜਾਬੀਆਂ ਨੇ ਸਮਝਿਆ। ਠੀਕ ਆ, ਸਾਨੂੰ ਦੇਖ ਕੇ ਇਹ ਅੰਦੋਲਨ ਦਾ ਧੁਰਾ ਪੰਜਾਬ ਸ਼ੁਰੂ ਹੋ ਕੇ ਉਹ ਤੋਂ ਬਾਅਦ ਸ਼ੁਰੂ ਹੋਇਆ, ਹਰਿਆਣਾ ਆਇਆ, ਰਾਜਸਥਾਨ ਰਲਿਆ, UP ਰਲਿਆ, ਬੜਾ ਸਹਿਯੋਗ ਮਿਲਿਆ। ਇਸ ਕਿਸਾਨ ਅੰਦੋਲਨ ਨੂੰ ਜਨ ਅੰਦੋਲਨ ਦਾ ਰੂਪ ਧਾਰਿਆ ਤਾਂ ਉਹ ਪੰਜਾਬ ਦੀ ਸਮਝ ਤੇ ਸਾਡੀ ਜਿਹੜੀ ਲੀਡਰਸ਼ਿਪ, ਜਿਹੜੀ ਸਾਡੀ ਬੱਤੀ ਜਥੇਬੰਦੀਆਂ ਜਾਂ ਜਿਹੜਾ ਪੂਰਾ ਹੁਣ ਪ੍ਰੋਪਰ ਸੰਯੁਕਤ ਮੋਰਚਾ ਜਿਸ ਤਰੀਕੇ ਨਾਲ ਇਸ ਨੂੰ ਚਲਾ ਰਿਹਾ ਹੈ ਤਾਂ ਉਸ ਦਾ ਬਹੁਤ ਬੜਾ ਰੋਲ ਆ ਇਸ ਨੂੰ ਜਨ ਅੰਦੋਲਨ ਦੇ ਵਿੱਚ। ਅਮਰੀਕਾ ਵਿੱਚ ਮੋਦੀ ਸਰਕਾਰ ਗਈ ਹੈ ਤੇ ਉੱਥੇ ਉਹਨਾਂ ਦਾ ਬਹੁਤ ਜ਼ਿਆਦਾ ਵਿਰੋਧ ਕੀਤਾ ਗਿਆ। ਸੋ ਕੀ ਲੱਗਦਾ ਹੈ ਹੁਣ ਇੰਡੀਆ ਆ ਕੇ ਕੋਈ ਠੋਸ ਫੈਸਲਾ ਲੈਵੇਗੀ ਸਰਕਾਰ? ਦੇਖੋ ਜਿਹੜੇ ਦਿੱਲੀ ਦੇ ਵਿੱਚ ਵੀ ਸਾਡਾ ਹੀ ਭਾਈਚਾਰਾ ਹੈ, ਜੇ ਪੰਜਾਬ, ਹਰਿਆਣਾ, UP, ਰਾਜਸਥਾਨ ਉਹੀ ਸਾਡੇ ਭਰਾ ਸੀ ਜਿਹੜੇ ਮੋਦੀ ਦੇ ਜੈਕਾਰੇ ਲਾਉਂਦੇ ਸੀ। ਜਿਹੜੇ ਮਤਲਬ ਹੁਣ ਤੋਂ ਪਹਿਲਾਂ ਜਦੋਂ ਵੀ ਮੋਦੀ ਜਾਂਦਾ ਸੀ ਉੱਥੇ ਐਡੇ ਮਤਲਬ ਜਿਹੜਾ ਵੀ ਈਵੈਂਟ ਕਰਦਾ ਸੀ ਮੋਦੀ, ਉਹਦੇ ਵਿੱਚ ਲੱਖ 50 ਹਜ਼ਾਰ ਬੰਦਾ ਇਕੱਠਾ ਹੁੰਦਾ ਸੀਗਾ। ਤੇ ਹੁਣ ਮੋਦੀ ਸਾਹਿਬ ਦੇਖ ਲੈਣ ਉੱਥੇ ਕਰਕੇ, ਉੱਥੇ ਮਤਲਬ ਜਿਹੜੀ ਸਾਡੀ ਜਨਤਾ ਨਾ ਇਹੀ ਸਿਰ ਤੇ ਬਿਠਾਉਂਦੀ ਆ, ਇਹੀ ਸਿਰ ਤੋਂ ਲਾ ਕੇ ਛੱਡਦੀ ਆ। ਤੇ ਹੁਣ ਮੋਦੀ ਸਾਹਿਬ ਦਾ ਉਹ ਸਮਾਂ ਆ ਗਿਆ ਕਿ ਇਹ ਕਾਰਪੋਰੇਟ ਸੈਕਟਰ ਦੀ ਲਾਈਨ ਦੇ ਵਿੱਚ, ਇਸ ਦੇ ਰਸਤੇ ਦੇ ਵਿੱਚ ਜੇ ਕੋਈ ਹਿੱਕ ਢਾ ਕੇ ਖੜਾ ਤਾਂ ਉਹ ਧਰਤੀ ਦੇ ਪੁੱਤਰ ਖੜੇ ਆ, ਧਰਤੀ ਪੁੱਤਰ ਪੰਜਾਬ ਦੇ ਦੇਸ਼ ਦੇ ਖੜੇ ਆ, ਜਿਨ੍ਹਾਂ ਨੇ ਇਸ ਕਾਰਪੋਰੇਟ ਨੂੰ ਬੰਨ ਜੇ ਹੁਣ ਇਸ ਅੰਦੋਲਨ ਦੇ ਵਿੱਚ ਵੀ ਨਾ ਲੱਗਿਆ ਤਾਂ ਪੰਜਾਬ ਦੇ ਜਾਂ ਦੇਸ਼ ਦੇ ਜਿਹੜੇ ਵੀ ਮੋਦੀ ਸਮਰਥਕ ਜਾਂ ਜਿਹੜੇ ਵੀ ਇਸ ਆਈਡੀਓਲੋਜੀ ਦੇ ਨਾਲ ਜੁੜੇ ਹੋਏ ਆ ਉਹਨਾਂ ਦੀ ਬਰਬਾਦੀ ਵੀ ਨਿਸ਼ਚਿਤ ਆ ਜੇ ਇਸ ਅੰਦੋਲਨ ਦਾ ਕੋਈ ਨੁਕਸਾਨ ਹੁੰਦਾ। 600 ਤੋਂ ਵੱਧ ਕੁਰਬਾਨੀਆਂ ਦੇ ਚੁੱਕੇ ਨੇ ਕਿਸਾਨ, ਹੋਰ ਕਿੰਨੀਆਂ ਕੁਰਬਾਨੀਆਂ ਦੇਣ ਪੈਣਗੀਆਂ? ਮੈਂ ਤੁਹਾਨੂੰ ਸੱਚ ਦੱਸਾਂ ਤਾਂ ਸਵੇਰੇ ਅਖਬਾਰ ਚੱਕਣ ਨੂੰ ਦਿਲ ਨਹੀਂ ਕਰਦਾ।
ਸਾਡਾ ਹੀ ਆਪਣਾ ਕੋਈ ਭਰਾ, ਕੋਈ ਕਿਸਾਨ, ਕੋਈ ਬੇਜ਼ਮੀਨਾ, ਕੋਈ ਖੇਤ ਮਜ਼ਦੂਰ ਜਿਹੜਾ ਅੰਦੋਲਨ ਨਾਲ ਕਿਸੇ ਨਾ ਕਿਸੇ ਤੌਰ ਤੇ ਜੁੜਿਆ ਹੁੰਦਾ, ਉਹ ਸਵੇਰੇ ਪੜ੍ਹਨਾ ਤੁਸੀਂ ਦੇਖੋ ਵੀ 300 ਦਿਨ ਦਿੱਲੀ ਦੇ ਤੇ 700 ਸਾਡੀ ਸ਼ਹੀਦੀ ਹੋ ਗਈ। ਮਤਲਬ ਰੋਜ਼ ਦੀ ਐਵਰੇਜ ਪੈ ਰਹੀ ਆ 2-2 ਦਿਨ ਦੀ। ਪਰ ਇਹ ਹੈਂਕੜਬਾਜ਼ ਮੋਦੀ ਸਰਕਾਰ, ਇਹਦੀ ਪੂਰੀ ਟੀਮ, ਇਹਦਾ ਕਾਰਪੋਰੇਟ ਸੈਕਟਰ, ਜਿਨ੍ਹਾਂ ਦੇ ਰੱਤੀ ਭਰ ਦਿਲ ਦੇ ਵਿੱਚ ਜਜ਼ਬਾਤ ਇਹਨਾਂ ਦੇ ਖਤਮ ਹੋ ਗਏ। ਜਿਵੇਂ ਕਿਸੇ ਸ਼ਾਇਰ ਨੇ ਕਿਹਾ ਵੀ ना रिड़कने की इजाज़त है, ना किसी फरियाद की, हम गुट गुट के मर जाएं, यही ख्वाहिश है मेरे साहिब की। तो वो पोजीशन साडी पहुंची भी आ कि यह आर पार की लड़ाई दे विच मजबूर हो गए। हुण एक कंढे रहूगी, चाहे मोदी सरकार रहूगी ਜਾਂ ਸਾਡਾ ਧਰਤੀ ਪੁੱਤ ਕਿਸਾਨ ਰਹੂਗਾ ਤੇ ਦੇਸ਼ ਦੇ ਆਮ ਜਨ ਆਪਣੇ ਵਜੂਦ ਦੀ ਲੜਾਈ ਨੂੰ ਜਿਉਂਦਾ ਰੱਖਣ ਵਾਸਤੇ। ਬਹੁਤ ਟਾਈਮ ਤੋਂ ਜਦੋਂ ਕਿਤੇ ਕਿਸਾਨਾਂ ਨਾਲ ਗੱਲ ਹੁੰਦੀ ਹੈ ਤੇ ਕਿਸਾਨਾਂ ਦਾ ਇਹੀ ਕਹਿਣਾ ਹੈ ਕਿ ਜਿੱਤ ਹੋ ਚੁੱਕੀ ਹੈ ਪਰ ਐਲਾਨ ਹੋਣਾ ਬਾਕੀ ਹੈ। ਸੋ ਇਹ ਕਦੋਂ ਤੱਕ ਸੁਣਨ ਨੂੰ ਮਿਲੂਗਾ, ਕਿਉਂਕਿ ਐਲਾਨ ਹਾਲੇ ਤੱਕ ਹੋਇਆ ਨਹੀਂ, ਸਾਲ ਦੇ ਕਰੀਬ ਹੋ ਚੱਲਿਆ ਬੈਠਿਆਂ ਨੂੰ। ਦੇਖੋ ਇਹ ਜਿਹੜੇ ਅੰਦੋਲਨ ਦੇ ਸਲੋਗਨ ਆ ਨਾ, ਜਿਹੜਾ ਤੁਸੀਂ ਕਰਦੇ ਆ ਜਿੱਤ ਹੋਣਾ ਬਾਕੀ, ਦੇਖੋ ਹਰ ਬੰਦਾ ਦੇ ਜਜ਼ਬਾਤ ਆ, ਉਸ ਜਜ਼ਬਾਤ ਨੂੰ ਤਾਜ਼ਾ ਰੱਖਣ ਨੂੰ, ਉਸ ਦੇ ਵਿੱਚ ਜੋਸ਼ ਹੌਸਲੇ ਬੁਲੰਦ ਰੱਖਣ ਨੂੰ, ਮਤਲਬ ਕੋਈ ਸੱਜਣ ਢਹਿੰਦੀ ਕਲਾ ਵੱਲ ਨਾ ਜਾਵੇ, ਉਸ ਵਾਸਤੇ ਇਹ ਸਲੋਗਨਾਂ ਦੇ ਮਾਇਨੇ ਆ। ਅੰਦੋਲਨ ਜਿੱਤਣ ਨੂੰ ਸਲੋਗਨ ਆ ਜਿਹੜੇ ਤੁਸੀਂ ਪਿਛਲਾ ਇਤਿਹਾਸ ਚੱਕ ਕੇ ਦੇਖ ਲਓ, ਇਹਨਾਂ ਦੇ ਬਹੁਤ ਇੱਕ ਭਰਪੂਰ ਮਾਇਨੇ ਆ, ਜਿਨ੍ਹਾਂ ਨੂੰ ਬਰਕਰਾਰ ਰੱਖਣਾ ਇਹ ਸਲੋਗਨਾਂ ਦਾ ਹੋਣਾ ਬਹੁਤ ਜ਼ਰੂਰੀ ਆ। ਤੁਹਾਨੂੰ ਯਾਦ ਹੋਣਾ ਤੇ ਕਿਸੇ ਵੀ ਐਜੀਟੇਸ਼ਨ ਦਾ ਸਟਾਰਟ ਕੋਈ ਸ਼ੁਰੂ ਕਰਨ ਦੋ, ਜਿਹੜਾ ਸਭ ਤੋਂ ਪਹਿਲਾਂ ਉਸ ਟਾਈਮ ਦੇ ਲੀਡਰ ਤੁਸੀਂ ਜੇਪੀ ਨਾਰਾਇਣ ਦੇਖ ਲਓ, ਤੁਸੀਂ ਯੂਪੀ ਦੀ ਮੂਵਮੈਂਟ ਦੇਖ ਲਓ, ਤੁਸੀਂ ਬਿਹਾਰ ਦੀ ਮੂਵਮੈਂਟ ਦੇਖ ਲਓ, ਤੁਸੀਂ ਮੰਡਲ ਵਰਸਸ ਕਮੰਡਲ ਦੀ ਲੜਾਈ, ਉਹਦੇ ਵਿੱਚ ਸਭ ਤੋਂ ਪਹਿਲਾਂ ਜੇ ਸਟਾਰਟ ਹੁੰਦਾ ਸੀ ਮਤਲਬ ਸਲੋਗਨਾਂ ਦਾ, ਸਲੋਗਨ ਕੀ ਦੇਣੇ, ਕਿਉਂਕਿ ਸਾਡੇ ਭਾਈਚਾਰੇ ਦੇ ਉਸ ਸਟੇਟ ਦੇ ਸੈਂਟੀਮੈਂਟ ਜੁੜੇ ਹੋਣੇ, ਉਸ ਕਰਕੇ ਸਲੋਗਨਾਂ ਦਾ ਰਹਿਣਾ ਬਹੁਤ ਜ਼ਰੂਰੀ ਹੈ। ਸੋ ਕੀ ਲੱਗਦਾ ਹੈ ਚੱਕਾ ਜਾਮ ਹੈ, ਕਿੰਨਾ ਕੁ ਅਸਰ ਪਵੇਗਾ ਕਿ ਕਿਸਾਨੀ ਸੰਘਰਸ਼ ਨੂੰ ਹੋਰ ਜ਼ਿਆਦਾ ਹੁੰਗਾਰਾ ਦੇ ਰਹੇ ਹੋ? ਮਤਲਬ ਹੁਣ ਜਿਹੜੀਆਂ ਉੱਥੇ ਰੌਣਕਾਂ ਥੋੜੀਆਂ ਘੱਟ ਗਈਆਂ ਨੇ ਕਿਸਾਨੀ ਸੰਘਰਸ਼ ਦੇ ਵਿੱਚ, ਕੀ ਉਹ ਵੱਧ ਜਾਣਗੀਆਂ? ਦੇਖੋ ਇਹ ਕੌਮ ਐਸੀ ਆ, ਖਾਸ ਕਰਕੇ ਪੰਜਾਬੀ ਕੌਮ, ਮੰਨ ਲਓ ਹੁਣ ਤਾਂ ਸਾਨੂੰ ਜਿਹਨੂੰ ਕਹਿੰਦੇ ਵੀ 1 ਨਾਲ 1 11, 1 ਨਾਲ 1 11 ਮਤਲਬ ਸਟੇਟ ਟੂ ਸਟੇਟ ਨਾਲ ਜੁੜਦੀ ਰਹੀ। ਪਰ ਇਹ ਜਿਹੜਾ ਡੀਐਨਏ ਹੈ ਨਾ, ਜਿਹੜੀ ਇਹ ਸਾਈਕੀ ਆ, ਇਹ ਪਿੱਛੇ ਮੁੜਨ ਵਾਲੇ ਨਹੀਂ। ਮੋਦੀ ਸਾਹਿਬ ਨੂੰ ਸ਼ਾਇਦ ਜਾਂ ਤਾਂ ਕਿਸੇ ਨੇ ਗਲਤ ਗਾਈਡ ਕਰਤਾ, ਜਾਂ ਪੰਜਾਬ ਦੇ ਜਾਂ ਕਿਸਾਨ ਦੇ ਇਤਿਹਾਸ ਦੀ ਦਰੁਸਤ ਜਾਣਕਾਰੀ ਨਹੀਂ ਸੀ। ਇਹ ਪਿੱਛੇ ਮੁੜਨ ਵਾਲੇ ਨਹੀਂ। ਇਹ ਬੀਜੇਪੀ ਦੇ ਲੀਡਰ ਤੁਸੀਂ ਦੇਖਿਆ ਹੋਣਾ, ਇਹਨਾਂ ਦੇ ਮਲਿਕ ਸਾਹਿਬ ਆ ਗਵਰਨਰ, ਇੱਕ ਉਹਨਾਂ ਦੇ ਤੁਸੀਂ ਬਿਆਨ ਦੇਖ ਲਏ ਹੋਣੇ, ਇਹਨਾਂ ਦੇ ਚੌਧਰੀ ਬਰਿੰਦਰ ਸਿੰਘ ਉਹਨਾਂ ਦੇ ਬਿਆਨ ਦੇਖ ਲਏ ਹੋਣੇ, ਇਹਨਾਂ ਦੇ ਹੋਰ ਲੀਡਰਾਂ ਈਵਨ ਕਿ ਰਾਜਨਾਥ ਸਿੰਘ ਦੇ ਬਿਆਨ ਦੇਖ ਲਿਓ, ਉਹਨਾਂ ਦੇ ਵਿੱਚ ਉਹਨਾਂ ਨੇ ਪ੍ਰੋਪਰ ਕਿਸਾਨੀ ਦਾ ਇਤਿਹਾਸ ਦੱਸਿਆ ਕਿ ਇਹ ਪਿੱਛੇ ਮੁੜਨ ਵਾਲੇ ਨਹੀਂ ਹੈਗੇ। ਗਲਤ ਫਹਿਮੀ ਦਾ ਸ਼ਿਕਾਰ, ਠੀਕ ਆ 10 ਮਹੀਨੇ ਚ ਨਹੀਂ ਨਿਕਲੀ, ਹੋਰ ਨਿਕਲ ਜੂਗੀ ਮਹੀਨੇ ਚ। ਅੱਜ ਵੀ ਤੁਸੀਂ ਦੇਖਿਆ ਹੋਣਾ ਆਪਣੇ ਤੋਮਰ ਸਾਹਿਬ ਦਾ ਬਿਆਨ ਆਇਆ ਕਿ ਅਸੀਂ ਗੱਲਬਾਤ ਕਰਨ ਨੂੰ ਤਿਆਰ ਹਾਂ। ਸੋ ਦੇਖੋ ਕਿੰਨੀ ਦੇਰ ਅੜਦੇ ਆ, ਤੇ ਇਹ ਕੌਮ ਤਾਂ ਪਿੱਛੇ ਹਟਣ ਵਾਲੀ ਹੈ ਨਹੀਂ। ਦੇਖੋ ਕਿੰਨੀ ਦੇਰ ਚੱਲਦੇ ਹੋਰ ਸਹੀ। ਕੀ ਲੱਗਦਾ ਕਿੰਨਾ ਲੰਬਾ ਸੰਘਰਸ਼ ਚੱਲੂਗਾ? ਦੇਖੋ ਇਸ ਬਾਰੇ ਜਿਵੇਂ ਸਾਡੇ ਤੁਸੀਂ ਦੇਖ ਰਹੇ ਹੋ ਟਕੈਤ ਸਾਹਿਬ ਨੇ, ਉਹਨਾਂ ਨੇ ਤਾਂ ਕਿਹਾ ਹੋਇਆ ਵੀ ਇਹ 2024 ਤੱਕ ਵੀ ਚੱਲ ਸਕਦਾ ਹੈ। 2000 ਦੇਖੋ ਤੁਸੀਂ ਸਰਦਾਰ ਭਗਤ ਸਿੰਘ ਦੇ ਚਾਚਾ ਜੀ ਅਜੀਤ ਸਿੰਘ ਸੰਧੂ ਸਾਹਿਬ ਦਾ ਇੱਕ ਅੰਦੋਲਨ ਲੱਗਿਆ ਸੀ, ਉਹ ਵੀ 6 ਜਾਂ 7 ਮਹੀਨੇ ਚੱਲਿਆ ਤੇ ਉਹ ਤੋਂ ਉੱਪਰ ਤਾਂ ਚਲੇ ਗਏ ਆਪਾਂ। ਤੇ ਜੇ ਟਕੈਤ ਸਾਹਿਬ ਦੇ ਬਿਆਨਾਂ ਦੇ ਹਿਸਾਬ ਨਾਲ ਦੇਖ ਲਿਆ ਜਾਂ ਜਿਹੜੀ ਸੰਯੁਕਤ ਮੋਰਚੇ ਦੀ ਪ੍ਰੋਪਰ ਟੀਮ ਆ ਉਹਨਾਂ ਦੇ ਹਿਸਾਬ ਨਾਲ, ਤਾਂ ਮੈਨੂੰ ਤਾਂ ਲੱਗਦਾ ਵੀ ਹੋਰ ਵੀ ਅੱਗੇ ਚੱਲ ਸਕਦਾ। ਪਰ ਜਿਉਂ-ਜਿਉਂ ਅੰਦੋਲਨ ਇਸ ਸਟੇਜ ਤੇ ਪਹੁੰਚ ਗਿਆ ਤਾਂ ਤਿਉਂ ਤੁਸੀਂ ਐਂ ਸਮਝ ਲਓ ਵੀ ਬੀਜੇਪੀ ਦੇ ਭਾਜਪਾ ਦੇ ਜੜਾਂ ਦੇ ਵਿੱਚ ਉਹ ਤੇਲ ਪਾਊਗਾ। ਇਹ ਮੁੜ ਕੇ ਸੋਚਿਆ ਕਰੋਗੇ ਵੀ ਹਿੰਦੁਸਤਾਨ ਦੇ ਇੰਡੀਆ ਦੇ ਵਿੱਚ ਕੋਈ ਭਾਜਪਾ ਨਾਂ ਦੀ ਪਾਰਟੀ ਸੀ, ਜਿਸ ਸਟੇਜ ਤੇ ਆ ਹੁਣ ਇਹ ਪਹੁੰਚ ਚੁੱਕੇ। ਸੋ ਵੇਖ ਸਕਦੇ ਹੋ ਜੀ ਕਿੰਨਾ ਜ਼ਿਆਦਾ ਜੋਸ਼ ਹੈ। ਕਹਿੰਦੇ ਨੇ ਕਿ ਅੱਜ ਚੱਕਾ ਜਾਮ ਹੈ, ਇਸ ਦਾ ਅਸਰ ਸਰਕਾਰ ਤੇ ਜ਼ਰੂਰ ਹੋਵੇਗਾ ਤੇ ਅਮਰੀਕਾ ਤੋਂ ਆ ਕੇ ਮੋਦੀ ਸਰਕਾਰ ਜ਼ਰੂਰ ਕੋਈ ਨਾ ਕੋਈ ਠੋਸ ਫੈਸਲਾ ਲਵੇਗੀ। ਮੋਰਿੰਡਾ ਸ਼ਹਿਰ ਦੇ ਵਿੱਚ ਆ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਕਿਸਾਨੀ ਸੰਘਰਸ਼ ਚੱਲ ਰਿਹਾ ਇੱਥੇ, ਸੋ ਬਹੁਤ ਲੰਬਾ ਸੰਘਰਸ਼ ਚੱਲ ਪਿਆ। ਪਹਿਲਾਂ ਵੀ ਬਹੁਤ ਵਾਰ ਇੰਡੀਆ ਦਾ ਚੱਕਾ ਜਾਮ ਕੀਤਾ ਗਿਆ। ਸੋ ਕੀ ਲੱਗਦਾ ਇੱਦਾਂ ਚੱਕਾ ਜਾਮ ਕਰਕੇ ਸਰਕਾਰਾਂ ਨੂੰ ਕੋਈ ਫਰਕ ਪੈਂਦਾ ਹੈ? ਦੇਖੋ ਇਹ ਕਾਫੀ ਲੰਬੇ ਸਮੇਂ ਤੋਂ ਜਿਹੜਾ ਸਾਡਾ ਦਿੱਲੀ ਵਿਖੇ ਸੰਘਰਸ਼ ਚੱਲ ਰਿਹਾ, ਲਗਭਗ 10 ਮਹੀਨੇ 1 ਦਿਨ ਹੋ ਗਿਆ ਉੱਤੇ, ਤੇ ਅਸੀਂ ਬੜੀ ਸਟਰੋਂਗ ਨਾਲ ਮਤਲਬ ਤਾਕਤ ਨਾਲ ਉੱਥੇ ਲੜਾਈ ਲੜ ਰਹੇ ਹਾਂ। ਬਿਲਕੁਲ ਸਾਨੂੰ ਪੂਰਾ ਯਕੀਨ ਹੈ ਵੀ ਅਸੀਂ ਸਰਕਾਰ ਨੂੰ ਗੋਡਿਆਂ ਭਰਨੇ ਕਰਿਆ ਹੋਇਆ, ਇਹ ਅਸੀਂ ਸੰਘਰਸ਼ ਜਿੱਤਣਾ ਹੀ ਜਿੱਤਣਾ। ਸੋ ਹੁਣੇ ਮਾਈਕ 'ਚ ਵੀ ਬੋਲ ਰਹੇ ਸੀ, ਕੁਝ ਰੌਣਕਾਂ ਘਟੀਆਂ ਹੋਈਆਂ ਨੇ ਉੱਥੇ ਦਿੱਲੀ ਸੰਘਰਸ਼ ਦੇ ਉੱਤੇ, ਤੇ ਕਿਤੇ ਨਾ ਕਿਤੇ ਮੋਰਚਾ ਥੋੜਾ ਠੰਡਾ ਪੈ ਗਿਆ। ਪਰ ਜਦੋਂ ਚੱਕਾ ਜਾਮ ਹੁੰਦਾ ਹੈ ਤਾਂ ਸਾਰੇ ਰਲ ਮਿਲ ਕੇ ਮਤਲਬ ਸਮਰਥਨ ਕਰਦੇ ਨੇ ਕਿਸਾਨਾਂ ਦਾ। ਸਵੇਰੇ 6 ਵਜੇ ਤੋਂ ਹੀ ਤੁਸੀਂ ਉਹ ਕਰਦੇ ਨੇ। ਤੁਹਾਨੂੰ ਨਹੀਂ ਲੱਗਦਾ ਇਹਦੇ ਨਾਲ ਆਮ ਪਬਲਿਕ ਜ਼ਿਆਦਾ ਡਿਸਟਰਬ ਹੁੰਦੀ ਹੈ ਕਿ ਸਰਕਾਰਾਂ ਨੂੰ ਇੰਨਾ ਫਰਕ ਨਹੀਂ ਪੈਂਦਾ? ਦੇਖੋ ਜੀ ਜਿਹੜਾ ਮੋਰਚਾ ਬਿਲਕੁਲ ਠੰਡਾ ਨਹੀਂ ਪਿਆ। ਉਹ ਟਾਈਮ ਟੂ ਟਾਈਮ ਜਿਵੇਂ ਸਾਰੇ ਲੋਕਾਂ ਨੇ ਆਪਣੇ ਕੰਮਕਾਰ ਵੀ ਕਰਨੇ ਹੁੰਦੇ, ਆਪਣਾ ਪਰਿਵਾਰ ਵੀ ਚਲਾਉਣਾ ਹੁੰਦਾ, ਕੰਮ ਕਰਨ ਕਰਕੇ ਥੋੜਾ ਬਹੁਤਾ ਟੈਂਪਰੇਰੀਲੀ ਤਾਂ ਬੰਦੇ ਕਈ ਵਾਰੀ ਸ਼ਿਫਟ ਹੋ ਜਾਂਦੇ ਆਪਣੇ ਘਰਾਂ ਨੂੰ, ਫਿਰ ਮੁੜ ਕੇ ਫਿਰ ਕੰਮ ਕਰਕੇ ਫਿਰ ਬੰਦੇ ਮੋਰਚੇ 'ਚ ਪਹੁੰਚ ਜਾਂਦੇ ਆ। ਕੋਈ ਐਸੀ ਕੋਈ ਗੱਲ ਨਹੀਂ ਹੈਗੀ, ਟੈਂਪਰੇਰੀ ਹੈ। ਮੈਂ ਕਹਿੰਦਾ ਸਾਡੇ ਲੀਡਰ ਇੱਕ ਆਵਾਜ਼ ਮਾਰਨ, ਅਸੀਂ ਸਾਰੇ ਹੁੰਮ ਕੇ 2 ਘੰਟੇ ਦੇ ਅੰਦਰ ਦਿੱਲੀ ਪਹੁੰਚ ਜੂਗੇ ਦੁਬਾਰਾ ਫਿਰ।
ਸੋ ਕੀ ਲੱਗਦਾ ਕਿੰਨਾ ਲੰਬਾ ਸੰਘਰਸ਼ ਜਾਊਗਾ ਇਹ? ਬਿਲਕੁਲ ਹੁਣ ਬਿਲਕੁਲ ਜਿੱਤ ਦੀਆਂ ਬਰੂਹਾਂ ਤੇ ਹੈ ਜੀ। ਜਿਵੇਂ ਤੁਹਾਨੂੰ ਪਤਾ ਹੀ ਹੈ ਮੋਦੀ ਸਾਹਿਬ ਮਤਲਬ ਉੱਥੇ ਅਮਰੀਕਾ ਗਏ, ਅਮਰੀਕਾ 'ਚ ਵੀ ਬੜਾ ਜ਼ਬਰਦਸਤ ਵਿਰੋਧ ਹੋਇਆ ਤੇ ਬਿਲਕੁਲ ਮੈਨੂੰ ਲੱਗਦੀ ਵੀ ਇੱਕ ਸਰਕਾਰ ਨਾ ਇੱਕ ਕਿਸੇ ਰਾਹ ਦੇਖ ਰਹੀ ਹੈ ਵੀ ਅਸੀਂ ਕਿੱਦਾਂ ਆਪਣੀ ਇੱਜ਼ਤ ਬਚਾ ਕੇ ਕਿਸੇ ਰਾਹ ਨੂੰ ਲੰਘੀਏ। ਬਿਲਕੁਲ ਮੋਰਚਾ ਬਿਲਕੁਲ ਜਿੱਤ ਦੀਆਂ ਬਰੂਹਾਂ ਤੇ। ਤੁਹਾਡੇ ਸ਼ਹਿਰ ਦਾ ਸੀਐਮ ਬਣਿਆ ਚਰਨਜੀਤ ਸਿੰਘ ਚੰਨੀ, ਸੋ ਕਿੰਨਾ ਕੁ ਸਮਰਥਨ ਕਰ ਰਹੇ ਨੇ ਕਿਸਾਨਾਂ ਦਾ? ਦੇਖੋ ਜੀ ਵੈਸੇ ਤਾਂ ਅਸੀਂ ਚਲੋ ਪੋਲੀਟੀਕਲ ਕੋਈ ਗੱਲ ਕਰਦੇ ਨਹੀਂ ਹੈਗੇ, ਠੀਕ ਹੈ। ਬਾਕੀ ਠੀਕ ਹੈ ਉਹਨਾਂ ਦੇ ਨੁਮਾਇੰਦੇ ਵੀ ਇੱਥੇ, ਉਹਨਾਂ ਦੇ ਵਰਕਰ ਵੀ ਇੱਥੇ ਆਏ ਹੋਏ, ਅਸੀਂ ਉਹਨਾਂ ਨੂੰ ਵੈਲਕਮ ਕਰਦੇ ਹਾਂ। ਸੋ ਹੋਰ ਕਿਸੇ ਨਾਲ ਗੱਲ ਕਰਕੇ ਦੇਖਦੇ ਹਾਂ ਕੀ ਲੱਗਦਾ ਇਹ 600 ਤੋਂ ਵੱਧ ਇੱਥੇ ਮਤਲਬ ਜਿਹੜੇ ਕੁਰਬਾਨੀਆਂ ਦੇ ਚੁੱਕੇ ਨੇ ਕਿਸਾਨ, ਸੋ ਹੋਰ ਕਿੰਨੀਆਂ ਕੁਰਬਾਨੀਆਂ ਦੀ ਲੋੜ ਹੈ, ਹੋਰ ਕਿੰਨੀਆਂ ਕੁਰਬਾਨੀਆਂ ਦੇਣੀਆਂ ਪੈਣਗੀਆਂ? ਵੈਸੇ ਤਾਂ ਸਾਡੀ ਕੀ ਕੁਰਬਾਨੀ ਦਾ ਕੋਈ ਮੁੱਲ ਹੀ ਨਹੀਂ ਹੈਗਾ, ਪਰ ਜਿੰਨੀਆਂ ਵੀ ਸਾਨੂੰ ਦੇਣੀਆਂ ਪੈ ਜਾਣ, ਚਾਹੇ ਮੈਨੂੰ ਪੂਰਾ ਹੀ ਪਰਿਵਾਰ ਵਾਰਨਾ ਪੈ ਜਾਵੇ, ਅਸੀਂ ਖੇਤੀ ਕਾਨੂੰਨਾਂ ਲਈ ਵਾਰ ਦੇਵਾਂਗੇ। ਪਰ ਜਿਹੜੇ ਸਾਡੇ ਕਿਸਾਨ ਉੱਥੇ ਸ਼ਹੀਦ ਹੋਏ ਆ ਉਹਨਾਂ ਦਾ ਇੱਕ ਦਿਨ ਮੁੱਲ ਪਊਗਾ। ਇਹ ਮੋਦੀ ਗੰਦੇ ਬੰਦੇ ਦਾ ਇੱਕ ਦਿਨ ਮੁੱਲ ਨਹੀਂ ਪੈਣਾ। ਅੱਜ ਇਹ ਮੋਦੀ ਇੰਨਾ ਹਰਾਮੀ, ਉਹਦੀ ਮਾਂ ਨੇ ਵੀ ਜੰਮ ਕੇ ਮੰਨ ਲਾ ਵੀ ਬਾਅਦ 'ਚ ਅਫਸੋਸ ਕੀਤਾ ਹੋਊਗਾ ਵੀ ਇਹੋ ਜਿਹਾ ਮੈਂ ਨਾ ਜੰਮਦੀ, ਇਹੋ ਜਿਹੇ ਮੰਨ ਲਾ ਪੁੱਤ ਨੂੰ ਨਹੀਂ ਮਾਮਾ ਨਹੀਂ, ਇਹ ਮੰਨ ਲਓ ਵੀ ਪੁੱਤਾਂ ਦੀ ਉਹ ਕਰਦੀਆਂ ਪਰ ਵਰਲਡ ਦੇ ਵਿੱਚ ਇਹੋ ਜਿਹਾ ਕੋਈ ਲੀਡਰ ਨਾ ਸੁਣਿਆ ਨਾ ਸੁਣੂਗੇ ਤੇ ਨਾ ਅਸੀਂ ਦੇਖਿਆ ਨਾ ਦੇਖੂਗੇ। ਮੰਨ ਲਓ ਵੀ ਹੁਣ ਅਸੀਂ ਜਿਹੜੇ ਕਾਨੂੰਨ ਹੈ ਇਹ ਜਿੱਤ ਕੇ ਹੀ ਮੰਨ ਲਓ ਵੀ ਦਿੱਲੀ ਤੋਂ ਮੁੜੂਗੇ, ਚਾਹੇ 24 ਤੱਕ ਸਾਨੂੰ ਜਦੋਂ ਉਹਦੀ ਸਰਕਾਰ ਹੈ ਕਿਉਂ ਨਾ ਉੱਥੇ ਬੈਠਣਾ ਪਵੇ। ਸੋ ਵੇਖ ਸਕਦੇ ਹੋ ਜੀ ਅੱਸੂ ਦਾ ਮਹੀਨਾ ਹੈ, ਕਿੰਨੀ ਧੁੱਪ ਪੈ ਰਹੀ ਹੈ। ਇੰਨੀ ਧੁੱਪ ਦੇ ਵਿੱਚ ਨੌਜਵਾਨ ਖੜੇ ਨੇ, ਬੱਚੇ ਵੀ ਖੜੇ ਨੇ, ਬਜ਼ੁਰਗ ਵੀ ਨੇ ਤੇ ਪੂਰਾ ਸਮਰਥਨ ਕਰ ਰਹੇ ਨੇ। ਸੋ ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਇੰਨੀ ਕੜਕਦੀ ਧੁੱਪ ਦੇ ਵਿੱਚ ਸਾਰੇ ਸਮਰਥਨ ਕਰ ਰਹੇ ਨੇ, ਪੂਰਾ ਚੱਕਾ ਜਾਮ ਕੀਤਾ ਗਿਆ ਹੈ। ਕਿੰਨਾ ਕੁ ਫਰਕ ਪਊਗਾ ਸਰਕਾਰਾਂ ਨੂੰ ਇਸਦਾ? ਸਰਕਾਰ ਨੂੰ ਜੀ ਅੱਜ ਪੂਰਾ ਭਾਰਤ ਬੰਦ ਆ 6 ਤਰੀਕ ਤੇ ਨਾ 6 ਵਜੇ ਤੋਂ ਲੈ ਕੇ 4 ਵਜੇ ਤੱਕ, ਤੇ ਸਰਕਾਰ ਦੀਆਂ ਅੱਖਾਂ ਖੁੱਲ ਜਾਣੀਆਂ ਅੱਗੇ। ਸਾਰੇ ਵਰਗਾਂ ਦਾ ਸਮਰਥਨ ਪ੍ਰਾਪਤ ਆ, ਹਰੇਕ ਭਾਈਚਾਰੇ ਦਾ ਸਮਰਥਨ ਪ੍ਰਾਪਤ ਆ। ਹੁਣ ਮੋਦੀ ਦੀਆਂ ਜਿਹੜਾ ਹਿੱਲੀਆਂ ਜਦ ਸਾਨੂੰ ਇਹ ਕਾਨੂੰਨ ਚਾਹੀਦੇ ਨਹੀਂ ਹੈਗੇ, ਕੋਈ ਮੰਗਦਾ ਹੀ ਨਹੀਂ, ਇਹ ਜਬਰੀ ਕਿਉਂ ਠੋਸੇ ਗਏ ਆ? ਇੱਕ ਪਾਸੇ ਤਾਂ ਮੋਦੀ ਕਹਿੰਦਾ ਸੀ ਕਿ ਮੈਂ ਦੇਸ਼ ਕੋ ਵਿਕਣੇ ਨਹੀਂ ਦੂੰਗਾ, ਹੁਣ ਪ੍ਰਾਈਵੇਟ ਸੈਕਟਰ ਸਾਰਾ ਕੁਝ ਅਡਾਨੀਆਂ ਬਾਨੀਆਂ ਦੇ ਸਪੁਰਦ ਕੀਤਾ। ਬੰਦਰਗਾਹਾਂ, ਏਅਰਪੋਰਟ, ਪੰਪ, ਕੋਇਲੇ ਦੀਆਂ ਖਦਾਨਾਂ, ਆ ਹੁਣ ਤੁਸੀਂ ਅਡਾਨੀਆਂ ਦੇ ਜਹਾਜ਼ ਵਿੱਚੋਂ ਦੇਖ ਲਓ 15,000 ਕਰੋੜ ਰੁਪਏ ਦੀ ਹੀਰੋਇਨ ਮਿਲੀ ਆ, 3,000 ਕਿਲੋ ਹੀਰੋਇਨ ਮਿਲੀ ਆ। ਬਈ ਇਸ ਨੂੰ ਸਮਝ ਲੈਣਾ ਚਾਹੀਦਾ ਕਿ ਮੈਂ ਕਾਨੂੰਨ ਲੋਕਾਂ ਪਰ ਕਿਉਂ ਜਬਰੀ ਠੋਸਦਾ। ਜਦੋਂ ਕਾਰਪੋਰੇਟ ਘਰਾਣੇ ਆ ਗਏ, ਉਹਨਾਂ ਨੇ ਅਨਾਜ ਆਪਣਾ ਸਾਰਾ ਹੀ ਆਪਣੇ ਸਪੁਰਦ ਕਰ ਲੈਣਾ, ਕੋਈ ਸਬਸਿਡੀ ਉਹਨਾਂ ਨੇ ਦੇਣੀ ਕਿਸੇ ਵਰਗ ਨੂੰ, ਕੋਈ ਰਾਇਤ ਨਹੀਂ ਦੇਣੀ। ਵੀ ਅਸੀਂ ਇਹ ਕਾਨੂੰਨਾਂ ਦੇ ਖਿਲਾਫ ਆਖਰੀ ਦਮ ਤੱਕ ਲੜਿਆ ਜਾਊਗਾ ਜੀ, ਆਖਰੀ ਦਮ ਤੱਕ। ਹਰੇਕ ਵਰਗ, ਹੁਣ ਹਰੇਕ ਪਾਰਟੀ ਦਾ ਸਮਰਥਨ ਪ੍ਰਾਪਤ ਆ, ਬੱਚੇ ਤੋਂ ਲੈ ਕੇ ਬੁੱਢੇ ਤੱਕ ਸਮਰਥਨ ਪ੍ਰਾਪਤ ਆ, ਵਿਦੇਸ਼ਾਂ 'ਚ ਵੀ ਸਮਰਥਨ ਪ੍ਰਾਪਤ ਆ। ਇਹ ਹੁਣ ਜਿਹੜਾ ਸੰਘਰਸ਼ ਆ ਇਹ ਇਕੱਲੇ ਕਿਸਾਨੀ ਗਏ ਨਹੀਂ ਸੰਬੰਧਿਤ ਹੈਗਾ, ਇਹ ਹਰੇਕ ਵਰਗ ਆਲ ਓਵਰ ਸਾਰੇ ਭਾਰਤ ਗੱਲ ਸੰਬੰਧਿਤ ਆ। ਮੋਦੀ ਸਰਕਾਰ ਦੀਆਂ ਜਿਹੜਾ ਹਿੱਲੀਆਂ ਪਈਆਂ, ਭਾਜਪਾ ਦੇ ਸਰਕਾਰਾਂ ਜਿੱਥੇ ਸਟੇਟਾਂ ਵਿੱਚ ਉੱਥੇ ਵੀ ਬਹੁਤ ਇਕੱਠ ਹੋਇਆ, ਮੁਜ਼ੱਫਰਨਗਰ 'ਚ, ਕਰਨਾਲ ਦੇ ਵਿੱਚ। ਹੁਣ ਤਾਂ ਇਹਨੂੰ ਕਾਨੂੰਨ ਵਾਪਸ ਲੈਣੇ ਪੈਣੇ ਆ, ਕੋਈ ਚਾਰਾ ਨਹੀਂ ਹੈਗਾ। ਔਰ ਸਾਨੂੰ ਕੋਈ ਪਰਵਾਹ ਨਹੀਂ, ਜਦ ਤੱਕ ਸੰਘਰਸ਼ ਚੱਲਦਾ, ਅੰਦੋਲਨ ਚੱਲਦਾ, ਅਸੀਂ ਆਖਰੀ ਦਮ ਤੱਕ ਅੰਦੋਲਨ ਲੜਿਆ ਜਾਊਗਾ। ਚਾਹੇ ਸਾਨੂੰ ਜਾਨਾਂ ਦੀ ਵੀ ਕੋਈ ਪਰਵਾਹ ਨਹੀਂ। 600 650 ਦੇ ਉੱਪਰ ਸਾਡੇ ਵੀਰ ਸ਼ਹੀਦ ਹੋ ਗਏ, ਅਸੀਂ ਉਹਨਾਂ ਨੂੰ ਵੀ ਨਮਸਕਾਰ ਕਰਦੇ ਹਾਂ। ਔਰ ਅੱਗੇ ਵੀ ਸਾਨੂੰ ਕੋਈ ਪਰਵਾਹ ਨਹੀਂ, ਜੇ ਸਾਨੂੰ ਵੀ ਸ਼ਹੀਦੀਆਂ ਦੇਣੀਆਂ ਪੈ ਜਾਣ ਤਾਂ ਅਸੀਂ ਵੀ ਆਪਣੇ ਧੰਨ ਭਾਗ ਸਮਝਾਂਗੇ ਕਿ ਅਸੀਂ ਕਿਸੇ ਕਾਨੂੰਨਾਂ ਦੇ ਖਿਲਾਫ ਲੜੇ ਸੀ ਔਰ ਅਸੀਂ ਸ਼ਹੀਦੀ ਪ੍ਰਾਪਤ ਕੀਤੀ। ਸੋ ਕੀ ਲੱਗਦਾ ਹੈ ਅਮਰੀਕਾ ਦੇ ਵਿੱਚ ਉਹਨਾਂ ਦਾ ਬਹੁਤ ਵਿਰੋਧ ਕੀਤਾ ਗਿਆ ਪ੍ਰਧਾਨ ਮੰਤਰੀ ਦਾ, ਕਿ ਆ ਕੇ ਕੋਈ ਠੋਸ ਫੈਸਲਾ ਲੈਣਗੇ? ਠੋਸ ਫੈਸਲਾ ਤਾਂ ਇਹਨਾਂ ਨੂੰ ਲੈਣਾ ਹੀ ਪੈਣਾ। ਇਹਦਾ ਹੁਣ ਚਾਰੇ ਪਾਸੇ ਤੇ ਘਰਾਓ ਹੋ ਗਿਆ, ਕਿਸੇ ਵੀ ਵਰਲਡ 'ਚ ਚਲਿਆ ਜਾਵੇ ਇਹਦਾ ਵਿਰੋਧ ਹੋਊਗਾ ਹੀ ਹੋਊਗਾ। ਜਿੱਥੇ ਭਾਰਤੀ ਭਾਈਚਾਰਾ ਬੈਠਾ ਉਹ ਇਹਦਾ ਵਿਰੋਧ ਕਰੂਗਾ ਹੀ ਕਰੂਗਾ, ਕਿਉਂਕਿ ਜੇ ਸਾਨੂੰ ਇੱਕ ਬੰਦੇ ਨੂੰ ਹੁੰਦਾ ਵੀ ਤੂੰ ਰੋਟੀ ਖਾ ਲਾ, ਜਦ ਉਹਨੂੰ ਭੁੱਖੇ ਨਹੀਂ ਰੋਟੀ ਦੀ, ਫਿਰ ਉਹ ਖਾਊਗਾ ਕਾਹਤੇ? ਜਾਂ ਸਾਨੂੰ ਲੋੜੇ ਨਹੀਂ, ਕੋਈ ਵਰਗ ਮੰਗਦਾ ਹੀ ਨਹੀਂ ਕਾਨੂੰਨ, ਸਾਨੂੰ ਜਬਰੀ ਕੀ ਠੋਸਦਾ। 2014
ਵਿੱਚ ਮੋਦੀ ਬਣਿਆ ਤਾਂ 1000 ਰੁਪਏ ਗੈਸ ਸਿਲੰਡਰ, 100 ਰੁਪਏ ਨੂੰ ਡੀਜ਼ਲ ਪੈਟਰੋਲ ਹੋਇਆ। ਕੋਈ ਦੱਸੇ ਤਾਂ ਸਹੀ ਵੀ ਕੋਈ ਰਾਇਤ ਦਿੱਤੀ ਆ। ਹਰੇਕ ਸਰਕਾਰ ਦਾ ਫਰਜ਼ ਹੁੰਦਾ ਸਿਹਤ ਔਰ ਸਿੱਖਿਆ ਦੇਣੀ। ਇਹਦੇ ਵਿੱਚ ਤੁਸੀਂ ਦੇਖ ਲਓ, ਸਿਹਤ ਪ੍ਰਾਈਵੇਟ ਹਸਪਤਾਲ ਲੱਗੇ ਆ, ਪ੍ਰਾਈਵੇਟ ਸਕੂਲ ਲੱਗੇ ਆ, ਉਹ ਕਿੱਥੇ ਮਰ ਗਈ ਸਰਕਾਰ? ਕੋਈ ਸਹੂਲਤ ਨਹੀਂ, ਕੋਈ ਸਿਹਤ ਸਹੂਲਤ ਨਹੀਂ, ਕੋਈ ਸਿੱਖਿਆ ਸਹੂਲਤ ਨਹੀਂ ਹੈਗੀ। ਇਹ ਸਰਕਾਰਾਂ ਦਾ ਨੈਤਿਕ ਫਰਜ਼ ਆ, ਕਿਉਂ ਨਹੀਂ ਸਰਕਾਰ ਦਿੰਦੀ? ਪ੍ਰਾਈਵੇਟ ਹਸਪਤਾਲ ਅੱਗੇ ਜਾਂਦੇ ਉੱਥੇ ਪੂਰੀ ਉਹਨਾਂ ਦੀ ਲੋਕ ਇਲਾਜ ਕਰਾਉਂਦੇ ਆ ਮਹਿੰਗੇ ਭਾਅ ਵਿੱਚ, ਮਹਿੰਗੇ ਭਾਅ ਦੇ ਵਿੱਚ ਆਪਣੇ ਬੱਚੇ ਪੜਾਉਂਦੇ ਆ। ਅਸੀਂ ਕੀ ਕਰਾਉਣਾ ਹੈ ਜੀ ਸਰਕਾਰ ਤੇ? ਭੱਠ ਪਿਆ ਸੋਨਾ ਜਿਹੜਾ ਕੰਨਾਂ ਨੂੰ ਖਾਵੇ। 1 ਸਾਲ ਤੋਂ ਜਦੋਂ ਕਦੇ ਵੀ ਕਿਸਾਨਾਂ ਨਾਲ ਗੱਲ ਕੀਤੀ ਜਾਂਦੀ ਹੈ ਤਾਂ ਕਿਸਾਨਾਂ ਦਾ ਕਹਿਣਾ ਇਹੀ ਹੁੰਦਾ ਕਿ ਇਹ ਜਿੱਤ ਹੋ ਚੁੱਕੀ ਹੈ, ਬਸ ਐਲਾਨ ਹੋਣਾ ਬਾਕੀ ਹੈ। ਪਰ ਐਲਾਨ ਹੁੰਦੇ ਹੁੰਦੇ ਸਾਲ ਹੋ ਚੁੱਕਾ ਹੈ। ਸੋ ਕੀ ਕਹਿਣਾ ਚਾਹੁੰਦੇ ਹੋ? ਹਲੇ ਵੀ ਉਹੀ ਹੈ ਕਿ ਜਿੱਤਾਂਗੇ ਜਾਂ ਮਰਾਂਗੇ? ਜਿੱਤਾਂਗੇ ਜੀ, ਮਰਾਂਗੇ ਅਸੀਂ ਜਦ ਤਾਈਂ ਕਾਨੂੰਨ ਵਾਪਸ ਨਹੀਂ ਹੁੰਦੇ, ਚਾਹੇ 2020 ਆ ਜਾਵੇ, ਜਿਹੜਾ ਟਾਈਮ ਮਰਜ਼ੀ ਆ ਜਾਵੇ, ਅਸੀਂ ਇਹਦਾ ਖਹਿੜਾ ਨਹੀਂ ਛੱਡਣਾ। ਦਿੱਲੀ ਧਰਨੇ ਤੇ ਉੱਠਣਾ ਨਹੀਂ ਹੈਗਾ। ਔਰ ਤੁਸੀਂ ਦੇਖ ਲਓ ਇੱਥੇ ਸਾਡੇ ਮਰੰਡੇ ਇਲਾਕੇ ਵਿੱਚ ਇੰਨਾ ਉਤਸ਼ਾਹ, ਜਿੱਧਰ ਤੁਸੀਂ ਮਰਜ਼ੀ ਕੈਮਰਾ ਘੁਮਾ ਲਓ, ਲੋਕਾਂ ਵਿੱਚ ਦਿਨੋਂ ਦਿਨ ਉਤਸ਼ਾਹ ਵੱਧਦਾ। ਪਹਿਲਾਂ ਇੱਥੇ ਕਿੱਥੇ ਘੱਟ ਸੀ? ਤੁਸੀਂ ਕਹਿੰਦੇ ਸਾਲ ਹੋ ਗਿਆ ਦੋ ਨੂੰ, ਲੋਕ ਥੱਕ ਜਾਂਦੇ ਆ। ਦੇਖੋ ਬਜ਼ੁਰਗਾਂ ਦੇ ਕਿੰਨੇ ਹੌਸਲੇ ਬੁਲੰਦਾਂ, ਪੂਰੇ ਚੜ੍ਹਦੀ ਕਲਾ ਵਿੱਚ ਆ ਇਹ, ਇਹਨਾਂ ਨੂੰ ਕੋਈ ਪਰਵਾਹ ਨਹੀਂ ਹੈਗੀ। ਕਹਿੰਦੇ ਜੱਥ ਅੰਦੋਲਨ ਚੱਲੂਗਾ, ਜਿੱਤਾਂਗੇ ਜਾਂ ਮਰਾਂਗੇ, ਲੇਕਿਨ ਪਿੱਛੇ ਨਹੀਂ ਹਟਾਂਗੇ। ਸੋ ਵੇਖ ਸਕਦੇ ਹੋ ਜੀ ਕਿੰਨਾ ਜ਼ਿਆਦਾ ਕਰਾਊਡ ਹੈ ਇੱਥੇ। ਉਹਨਾਂ ਨੇ ਕਿਹਾ ਕਿ ਕੈਮਰਾ ਚਾਰੇ ਪਾਸੇ ਘੁਮਾ ਕੇ ਇੱਕ ਵਾਰ ਦਿਖਾ ਦਿਓ ਕਿ ਕਿੰਨਾ ਕਰਾਊਡ ਹੈ। ਨੌਜਵਾਨ ਵਰਗ, ਬੱਚੇ, ਬਜ਼ੁਰਗ ਇੱਥੇ ਪੂਰੀ ਤਰ੍ਹਾਂ ਸ਼ਾਮਿਲ ਹੋ ਚੁੱਕੇ ਨੇ। ਇਹਨਾਂ ਦਾ ਇਹੀ ਕਹਿਣਾ ਹੈ ਜਾਂ ਜਿੱਤਾਂਗੇ ਜਾਂ ਮਰਾਂਗੇ, ਪਰ ਪਿੱਛੇ ਨਹੀਂ ਹਟਾਂਗੇ। ਸੋ ਵੇਖ ਸਕਦੇ ਹੋ ਜੀ ਪੂਰਾ ਜੋਸ਼ ਕਿਸਾਨਾਂ ਵਿੱਚ ਵੇਖਣ ਨੂੰ ਮਿਲ ਰਿਹਾ ਹੈ। ਕਿਤੇ ਚਾਹ ਦੇ ਲੰਗਰ ਚੱਲ ਰਹੇ ਨੇ, ਕਿਤੇ ਪ੍ਰਸ਼ਾਦੇ ਮਿਲ ਰਹੇ ਨੇ, ਤੇ ਕਿਤੇ ਸੇਬਾਂ ਦੇ ਲੰਗਰ ਚੱਲ ਰਹੇ ਨੇ। ਪੂਰੀ ਟਰਾਲੀ ਭਰ ਕੇ ਸੇਬਾਂ ਦੀ ਆਈ ਹੋਈ ਹੈ ਤੇ ਕਿਸਾਨਾਂ ਦੇ ਵਿੱਚ ਵਰਤਾਇਆ ਜਾ ਰਿਹਾ ਹੈ ਸੇਬ। ਸੋ ਬਹੁਤ ਜ਼ਿਆਦਾ ਜੋਸ਼ ਹੈ ਕਿਸਾਨਾਂ ਦੇ ਵਿੱਚ, ਪੂਰੇ ਜ਼ੋਰਾਂ ਸ਼ੋਰਾਂ ਤੇ ਕਿਸਾਨ ਡਟੇ ਹੋਏ ਨੇ। ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਸਾਰੇ ਦਰਸ਼ਕਾਂ ਨੂੰ ਗੁਜ਼ਾਰਿਸ਼ ਕਰਦੇ ਹਾਂ ਕਿ ਵੱਧ ਤੋਂ ਵੱਧ ਸਾਡੇ ਚੈਨਲ ਸਬਸਕ੍ਰਾਈਬ ਕਰੋ ਤੇ ਘੰਟੀ ਦਾ ਬਟਨ ਜ਼ਰੂਰ ਦਬਾਓ ਨਵੀਆਂ ਤੇ ਤਾਜ਼ਾ ਖਬਰਾਂ ਸੁਣਨ ਦੇ ਲਈ।